जनरल शबेग सिंह। जनरल शबेग सिंह का नाम किसी जान पछाण का मुथाज नहीं। ਜਿਹੜੇ लोग संत जरनैल सिंह खालसा भिंडरां वालियां का नाम जानते हैं वो जनरल शबेग सिंह का नाम भी चंगी तरह जानते हैं। 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ ਦਰਬਾਰ ਸਾਹਿਬ ਦੇ ਅੰਦਰ, ਉਹਨਾਂ ਤੋਂ ਬਾਅਦ ਜਨਰਲ ਸ਼ਬੇਗ ਸਿੰਘ ਦਾ ਨਾਮ ਉੱਭਰ ਕੇ ਸਾਡੇ ਸਾਹਮਣੇ ਆਉਂਦਾ। ਫਿਰ ਸਾਨੂੰ ਪਤਾ ਲੱਗਦਾ ਕਿ ਜਨਰਲ ਸ਼ਬੇਗ ਸਿੰਘ ਕੋਈ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਹੈ। ਇੱਕੋ ਇੱਕ ਜਰਨੈਲ ਹੋਇਆ ਦੁਨੀਆ ਦੇ ਵਿੱਚ, ਜਨਰਲ ਸ਼ਬੇਗ ਸਿੰਘ, ਜਿਹੜਾ ਕਿਸੇ ਮੁਲਕ ਦੀ ਫੌਜ ਦੇ ਵਿੱਚ ਜਿਹਨੇ ਨੌਕਰੀ ਕੀਤੀ ਤੇ ਉਸੇ ਫੌਜ ਦੇ ਨਾਲ ਲੜਦਾ ਹੋਇਆ ਉਹ ਆਪਣੀ ਜਾਨ ਦੇ ਗਿਆ। ਉਹ ਹੈ ਜਨਰਲ ਸ਼ਬੇਗ ਸਿੰਘ। ਜਨਰਲ ਸ਼ਬੇਗ ਸਿੰਘ ਨੂੰ ਹਾਲਾਂਕਿ ਜੂਨ 1984 ਦੇ ਵਿੱਚ ਜਿਹੜੀ ਲੜਾਈ ਹੋਈ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹਦੇ ਕਾਰਨ ਜਾਣਿਆ ਜਾਂਦਾ, ਪਰ ਉਹਨਾਂ ਦਾ ਨਾਮ ਇੱਕ ਹੋਰ ਬਹੁਤ ਵੱਡੀ ਘਟਨਾ ਦੇ ਨਾਲ ਜੁੜਿਆ ਹੋਇਆ, ਬੰਗਲਾਦੇਸ਼ ਦੇ ਨਿਰਮਾਣ ਦੇ ਨਾਲ। ਬੰਗਲਾਦੇਸ਼ ਜਦੋਂ ਇੱਕ ਪੂਰਾ ਮੁਲਕ ਬਣਦਾ ਉਹਦੇ ਪਿੱਛੇ ਹੋਣਗੀਆਂ ਵੱਡੀਆਂ ਤਾਕਤਾਂ ਵੀ ਹੋਣਗੀਆਂ। ਭਾਰਤ ਸਰਕਾਰ ਸੀ ਜਾਂ ਭਾਰਤ ਸਰਕਾਰ ਦੀ ਜਿਹੜੀ ਵਿਦੇਸ਼ ਵਿਭਾਗ ਦੀ ਕੂਟਨੀਤੀ ਸੀ ਉਹ ਵੀ ਕੰਮ ਕਰਦੀ ਹੋਏਗੀ, ਪਰ ਕਹਿੰਦੇ ਨੇ ਕਿ ਜੇ ਜਨਰਲ ਸ਼ਬੇਗ ਸਿੰਘ ਨਾ ਹੁੰਦਾ ਤਾਂ ਸ਼ਾਇਦ ਬੰਗਲਾਦੇਸ਼ ਪਾਕਿਸਤਾਨ ਤੋਂ ਵੱਖ ਨਹੀਂ ਸੀ ਹੋ ਸਕਦਾ। ਆਓ ਇੱਕ ਸਫ਼ਰ ਸ਼ੁਰੂ ਕਰਦੇ ਹਾਂ, ਝਾਤ ਮਾਰਦੇ ਹਾਂ ਉਹਨਾਂ ਦੇ ਜੀਵਨ ਬਾਰੇ ਕਿ ਆਖਿਰ ਜਨਰਲ ਸ਼ਬੇਗ ਸਿੰਘ ਕੌਣ ਸਨ ਤੇ ਉਹ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘਦੇ ਹੋਏ ਕਿਵੇਂ ਸਿੱਖ ਵਿਚਾਰਧਾਰਾ ਨਾਲ, ਸਿੱਖ ਜੱਦੋ-ਜਹਿਦ ਨਾਲ ਜੁੜ ਗਏ। ਦੂਜਿਆਂ ਦੇਸ਼ਾਂ ਨੂੰ ਆਜ਼ਾਦ ਕਰਵਾਉਣ ਵਾਲੇ ਆਪਣੇ ਦੇਸ਼ ਦੇ ਪ੍ਰਤੀ ਰੱਜ ਕੇ ਲੜੇ, ਇੱਕ ਇੱਕ ਕਣ ਕਣ ਵਿੱਚ ਵਫਾਦਾਰੀ ਦਿਖਾਈ। ਪਰ ਜਿਹੜੇ ਇੱਥੋਂ ਦੇ ਹਾਕਮ ਨੇ, ਜਿਹੜੀ ਇੱਥੋਂ ਦੀ ਬ੍ਰਹਮਣਵਾਦੀ ਸੋਚ ਹੈ, ਜਿਹੜੇ ਇੱਥੋਂ ਦੇ ਉਹ ਗਦਾਰ ਬਿਰਤੀਆਂ ਦੇ ਲੋਕ ਨੇ, ਉਹਨਾਂ ਨੇ ਸਿਰ ਤੇ ਬੰਨੀ ਪੱਗ, ਨਾਲ ਜੁੜਿਆ ਸਿੰਘ ਸ਼ਬਦ ਉਹਨੂੰ ਚੰਗਾ ਨਹੀਂ ਸੀ ਲੱਗਦਾ। ਉਹਦੇ ਨਾਲ ਜਨਰਲ ਜੁੜਿਆ ਹੋਵੇ ਇਹ ਸ਼ਬਦ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਕਿਸੇ ਤਰ੍ਹਾਂ ਏਡੀਆਂ ਵਫਾਦਾਰੀਆਂ ਦਾ ਮੁੱਲ ਜਿਵੇਂ ਪਹਿਲਾਂ ਕੌਮ ਨਾਲ ਗਦਾਰੀਆਂ ਦੇ ਰੂਪ ਵਿੱਚ ਹੀ ਮਿਲਦਾ ਰਿਹਾ, ਫਿਰ ਇਹ ਵਫਾਦਾਰੀ ਗਦਾਰੀ ਦੇ ਰੂਪ ਵਿੱਚ ਬਦਲ ਗਈ। ਕਦੇ ਪਿਓ ਦੇ ਮੌਤ ਦੀ ਚਿੱਠੀ ਵੀ ਆਵੇ, ਕਿੱਡਾ ਯੋਧਾ ਹੋਵੇਗਾ, ਆਪਣੇ ਮਾਪ ਦੇ ਮੌਤ ਦਾ ਦਰਦ ਦਿਲ ਵਿੱਚ ਛੁਪਾ ਲਿਆ, ਮੈਂ ਦੇਸ਼ ਨਾਲ ਗਦਾਰੀ ਨਾ ਕਰਾਂ, ਇਸ ਵੇਲੇ ਮੈਂ ਸਾਹਮਣੇ ਹਿੱਕ ਡਾ ਕੇ ਆਪਣਾ ਯੋਗਦਾਨ ਪਾਵਾਂ। ਬਾਪ ਦੀ ਮੌਤ ਦਾ ਦਰਦ ਵੀ ਯੋਧੇ ਨੇ ਦਿਲ ਵਿੱਚ ਛੁਪਾ ਕੇ ਵਫਾਦਾਰੀ ਦਿਖਾਈ। ਜੂਨ 1984 ਦੇ ਤੁਰੰਤ ਬਾਅਦ ਭਾਰਤੀ ਫੌਜ ਦੇ ਉਸ ਵੇਲੇ ਦੇ ਅਧਿਕਾਰੀਆਂ ਅਤੇ ਹਮਲੇ 'ਚ ਸ਼ਾਮਲ ਅਧਿਕਾਰੀਆਂ ਨੇ ਜਿਸ ਤਰੀਕੇ ਨਾਲ ਸ਼ਬੇਗ ਸਿੰਘ ਦੀ ਫੌਜੀ ਯੁੱਧ ਨੀਤੀ ਬਾਰੇ ਬਿਆਨ ਦਿੱਤੇ, ਉਹਨਾਂ ਬਿਆਨਾਂ ਕਾਰਨ ਸਿੱਖ ਕੌਮ ਜਨਰਲ ਸ਼ਬੇਗ ਸਿੰਘ ਨੂੰ ਸਤਿਕਾਰ ਦੇਣ ਲੱਗ ਪਈ। ਪਰ ਪੰਜਾਬ ਤੋਂ ਬਾਹਰ ਭਾਰਤ ਵਿੱਚ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਾਂਗ ਇੱਕ ਖਲਨਾਇਕ ਦੇ ਤੌਰ ਤੇ ਪ੍ਰਚਾਰਿਆ ਗਿਆ। ਜਨਰਲ ਸ਼ਬੇਗ ਸਿੰਘ ਨੂੰ ਖਲਨਾਇਕ ਦੇ ਤੌਰ ਤੇ ਪ੍ਰਚਾਰਿਆ ਜਾਣਾ ਇੱਕ ਇਤਫਾਕ ਨਹੀਂ ਸੀ, ਤਾਂ ਕੀ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਗਿਆ ਇੱਕ ਮਹਾਨ ਜਨਰਲ ਨੂੰ ਬਦਨਾਮ ਕਰਨ ਲਈ? ਕੌਮਾਂਤਰੀ ਘਟਨਾਵਾਂ ਦੇ ਉਤਰਾਅ ਚੜਾਅ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦਰਮਿਆਨ ਆਪਸੀ ਕੁੜੱਤਣ ਜਿਸ ਵੇਲੇ ਸਿਖਰਾਂ ਤੇ ਸੀ, ਉਸ ਵੇਲੇ ਪੂਰਬੀ ਪਾਕਿਸਤਾਨ, ਜਿਹੜਾ ਕਿ ਪੂਰਬੀ ਬੰਗਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉਹਦਾ ਪਾਕਿਸਤਾਨ ਨਾਲੋਂ ਵੱਖਰਾ ਹੋਣਾ ਤਕਰੀਬਨ ਤੈਅ ਸੀ। 1970 'ਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਤੇ ਉਸ ਦੇ ਨੇੜਲੇ ਸਾਥੀਆਂ ਦੇ ਇੱਕ ਗਰੁੱਪ ਨੇ ਫੌਜੀ ਜਰਨੈਲਾਂ ਨਾਲ ਮਿਲ ਕੇ ਪੂਰਬੀ ਬੰਗਾਲ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਜਿਹੜੀ ਵਿਊਹ ਰਚਨਾ ਤਿਆਰ ਕੀਤੀ, ਜਨਰਲ ਸ਼ਬੇਗ ਸਿੰਘ ਨੂੰ ਉਸ ਦਾ ਇੱਕ ਅਹਿਮ ਹਿੱਸਾ ਬਣਾਇਆ ਗਿਆ। ਉਸ ਵੇਲੇ ਭਾਰਤੀ ਜ਼ਮੀਨੀ ਫੌਜ ਦਾ ਮੁਖੀ ਜਨਰਲ ਸੈਮ ਮਾਨਕਸ਼ਾ ਸੀ, ਜਿਹੜਾ ਅੰਮ੍ਰਿਤਸਰ ਦਾ ਜੰਮਿਆ ਪਲਿਆ ਸੀ ਤੇ ਉਹ ਜਨਰਲ ਸ਼ਬੇਗ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਹਦਾ ਕਾਰਨ ਇਹ ਹੈ ਕਿ ਜਨਰਲ ਸ਼ਬੇਗ ਸਿੰਘ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਸਨ ਤੇ ਜਨਰਲ ਮਾਨਕਸ਼ਾ ਨੇ ਸ਼ਬੇਗ ਸਿੰਘ ਨੂੰ ਪੂਰਬੀ ਬੰਗਾਲ 'ਚ ਲੜੀ ਜਾਣ ਵਾਲੀ ਲੜਾਈ ਦੇ ਸਭ ਤੋਂ ਵੱਡੇ ਤੇ ਖਤਰਨਾਕ ਮੋਰਚੇ ਦੀ ਕਮਾਂਡ ਸੰਭਾਲ ਦਿੱਤੀ। ਤੇ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਇਸ ਮੋਰਚੇ ਤੇ ਕਾਰਜ ਕਰਨ ਲਈ ਸ਼ਬੇਗ ਸਿੰਘ ਤੋਂ ਪਹਿਲਾਂ
ਮੰਨੇ ਪਰਮੰਨੇ ਫੌਜੀ ਅਫਸਰਾਂ ਨੂੰ ਹੁਕਮ ਦਿੱਤੇ ਗਏ ਸਨ, ਪਰ ਉਹਨਾਂ ਸਾਰਿਆਂ ਨੇ ਆਪਣੇ ਮੁਲਕ ਤੋਂ ਦੂਰ ਪਰਾਈ ਧਰਤੀ ਤੇ ਅਣਾਈ ਮੌਤ ਦੀ ਕਲਪਨਾ ਕਰਦਿਆਂ ਹੀ ਅਜਿਹੀ ਡਿਊਟੀ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਹ ਡਿਊਟੀ ਕੋਈ ਸੌਖੀ ਨਹੀਂ ਸੀ। ਇੱਕ ਅਜਿਹੀ ਗੁਪਤ ਗੁਰੀਲਾ ਲੜਾਈ ਦੀ ਅਗਵਾਈ ਕਰਨ ਦੀ ਵੱਡੀ ਜ਼ਿੰਮੇਵਾਰੀ ਸੀ, ਜਿਸ ਤੇ ਹਾਰ ਜਾਣ ਤੇ ਕਾਇਰਾਂ ਵਾਲੀ ਮੌਤ ਤੋਂ ਵੀ ਮਾੜੀ ਨਮੋਸ਼ੀ ਹੋਣੀ ਸੀ ਤੇ ਜਿੱਤ ਜਾਣ ਤੇ ਕੋਈ ਨਾਮ ਵੀ ਨਹੀਂ ਸੀ ਹੋਣਾ। ਹਾਂ, ਕੁਝ ਵਰਦੀ ਵਾਲੀ ਛਾਤੀ ਤੇ ਸਜਾਏ ਜਾਣ ਲਈ ਤਮਗੇ ਜ਼ਰੂਰ ਮਿਲਦੇ। ਵੱਡੀ ਗੱਲ ਤਾਂ ਇਹ ਵੀ ਹੈ ਕਿ ਕਈ ਵਾਰ ਪਰਾਈ ਧਰਤੀ ਤੇ ਮਰਨ ਵਾਲੇ ਫੌਜੀ ਨੂੰ ਉਸ ਦਾ ਮੁਲਕ ਸ਼ਹੀਦ ਮੰਨਣ ਤੋਂ ਵੀ ਇਨਕਾਰ ਕਰ ਦਿੰਦਾ ਹੈ, ਪਰ ਉਸ ਨੂੰ ਆਪਣਾ ਅਧਿਕਾਰੀ ਜਾਂ ਫੌਜੀ ਜਰਨੈਲ ਜਾਂ ਆਪਣਾ ਮੁਲਾਜ਼ਮ ਮੰਨਣ ਤੋਂ ਵੀ ਇਨਕਾਰ ਕਰ ਦਿੰਦਾ ਹੈ। ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਜਨਰਲ ਸ਼ਬੇਗ ਸਿੰਘ ਨੇ ਗੁਰੀਲਾ ਵਾਰ ਦੀ ਕਮਾਨ ਆਪਣੇ ਹੱਥ ਲੈਣ ਦੀ ਹਾਮੀ ਭਰ ਦਿੱਤੀ ਸੀ। ਜਨਰਲ ਸ਼ਬੇਗ ਸਿੰਘ ਨੇ ਇਹ ਕਾਰਜ ਬਹੁਤ ਬਹਾਦਰੀ ਤੇ ਸੂਝ-ਬੂਝ ਨਾਲ ਨਿਭਾਇਆ। ਜਿਹੜਾ ਕਾਰਜ ਵੱਡੇ ਵੱਡੇ ਮੁਲਕਾਂ ਦੇ ਖੁਫੀਆ ਵਿੰਗ ਕਈ ਸਾਲਾਂ 'ਚ ਕਰਦੇ ਸਨ, ਉਸ ਕਾਰਜ ਨੂੰ ਸ਼ਬੇਗ ਸਿੰਘ ਨੇ ਕੁਝ ਦਿਨਾਂ ਮਹੀਨਿਆਂ 'ਚ ਕਰਕੇ ਦਿਖਾ ਦਿੱਤਾ। ਇੱਕ ਦੁਸ਼ਮਣ ਮੁਲਕ ਦੇ ਧੁਰ ਅੰਦਰ ਦਾਖਲ ਹੋ ਕੇ ਉੱਥੋਂ ਦੇ ਬਾਗੀ ਫੌਜੀਆਂ ਅਤੇ ਆਮ ਲੋਕਾਂ ਨੂੰ ਗੁਰੀਲਾ ਯੁੱਧ ਦੀ ਸਿਖਲਾਈ ਦੇ ਕੇ ਆਜ਼ਾਦੀ ਦੇ ਮੁਕਾਮ ਤੱਕ ਪਹੁੰਚਾਉਣਾ ਇੱਕ ਪਹਾੜ ਜਿੱਡਾ ਕੰਮ ਸੀ। ਇਹ ਕੰਮ ਜਨਰਲ ਸ਼ਬੇਗ ਸਿੰਘ ਨੇ ਸਿਰੇ ਚਾੜ੍ਹ ਦਿੱਤਾ ਤੇ ਕੁਝ ਦਿਨਾਂ ਅੰਦਰ ਹੀ ਪੂਰਬੀ ਬੰਗਾਲ ਦੇ ਪਾਕਿਸਤਾਨ ਵਿਰੋਧੀ ਫੌਜੀ ਜਰਨੈਲਾਂ ਜਨਰਲ ਉਸਮਾਨੀ, ਮੇਜਰ ਜ਼ਿਆ ਤੇ ਮੁਹੰਮਦ ਮੁਸ਼ਤਾਕ ਨੇ ਜਨਰਲ ਸ਼ਬੇਗ ਸਿੰਘ ਨਾਲ ਹੱਥ ਮਿਲਾ ਲਿਆ ਤੇ ਉਹਨਾਂ ਦੀ ਮਦਦ ਨਾਲ ਜਨਰਲ ਸ਼ਬੇਗ ਸਿੰਘ ਤਾਕਤਵਰ ਸ਼ਖਸੀਅਤ ਬਣ ਗਏ। ਆਜ਼ਾਦੀ ਦੀ ਲੜਾਈ ਲੜ ਰਹੀ ਜਿਹੜੀ ਫੌਜ ਨੂੰ ਉਹਨਾਂ ਨੇ ਸਿਖਲਾਈ ਦਿੱਤੀ, ਉਹਦਾ ਨਾਮ ਵੀ ਜਨਰਲ ਸ਼ਬੇਗ ਸਿੰਘ ਨੇ ਖੁਦ ਹੀ ਰੱਖਿਆ ਸੀ, ਮੁਕਤੀ ਬਾਣੀ। ਮੁਕਤੀ ਬਾਣੀ ਮਤਲਬ ਆਜ਼ਾਦੀ ਦੀ ਲਹਿਰ। ਇੱਕ ਸਿੱਖ ਹੋਣ ਦੇ ਨਾਤੇ ਮਨੁੱਖੀ ਆਜ਼ਾਦੀ ਦੇ ਅਸਲ ਭਾਵ ਕੀ ਨੇ ਅਤੇ ਮਨੋਰਥ ਕੀ ਨੇ, ਇਹ ਜਨਰਲ ਸ਼ਬੇਗ ਸਿੰਘ ਨੂੰ ਚੰਗੀ ਤਰ੍ਹਾਂ ਪਤਾ ਸੀ। ਜਦੋਂ ਅਸੀਂ ਜਨਰਲ ਸ਼ਬੇਗ ਸਿੰਘ ਦੇ ਫੌਜੀ ਜੀਵਨ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਜੇ ਮੈਂ ਸਿੱਖ ਇਤਿਹਾਸ ਨੂੰ ਲਾਂਭੇ ਛੱਡ ਕੇ ਭਾਰਤੀ ਫੌਜ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਇੱਕ ਐਸਾ ਜਰਨੈਲ ਹੈ ਜਿਸ ਨੇ ਉਸ ਸਮੇਂ ਭਾਰਤੀ ਹੁਕੂਮਤ ਦੀ ਫੌਜ ਜਿਸ ਵੇਲੇ ਬੰਗਲਾਦੇਸ਼ ਦੇ ਵਿੱਚ ਗਈ ਹੈ, ਉਹਦੇ ਜਾਣ ਤੋਂ ਪਹਿਲਾਂ ਜੇਕਰ ਇੱਕ ਪਿੱਠ ਭੂਮੀ, ਇੱਕ ਖੇਤਰ ਤਿਆਰ ਕੀਤਾ ਹੈ ਤੇ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਜਨਰਲ ਸ਼ਬੇਗ ਸਿੰਘ ਦਾ ਸੀ। ਬੰਗਲਾਦੇਸ਼ ਗਏ, ਮੁਸਲਮਾਨੀ ਭੇਸ ਦੇ ਵਿੱਚ ਰਹੇ। ਕੁਝ ਸਰੋਤ ਤਾਂ ਇਹ ਵੀ ਕਹਿੰਦੇ ਨੇ ਕਿ ਗੁਰੀਲਾ ਯੁੱਧ ਨੀਤੀ ਦੇ ਮਾਹਰ ਇਸ ਜਰਨੈਲ ਨੇ ਉੱਥੇ ਵਿਆਹ ਵੀ ਕਰਾਇਆ। ਜਿਹੜੀਆਂ ਆਪਣੇ ਘਰ ਚਿੱਠੀਆਂ ਲਿਖੀਆਂ ਉਹਨਾਂ ਦੇ ਉੱਪਰ ਐਸ ਬੇਗ ਨਾਮ ਦੀ ਵਰਤੋਂ ਕੀਤੀ ਗਈ ਔਰ ਉੱਥੋਂ ਦੇ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਕੇ ਬੜੇ ਯੁੱਧਨਿਕ ਤਰੀਕੇ ਦੇ ਨਾਲ ਮੁਕਤੀ ਬਾਣੀ ਨਾਂ ਦੀ ਇੱਕ ਐਸੀ ਫੌਜ ਦੀ ਸਥਾਪਨਾ ਕਰ ਦਿੱਤੀ ਜਿਹੜੀ ਕਿ ਆਮ ਲੋਕਾਂ ਦੀ ਹਥਿਆਰਬੰਦ ਲੜਾਈ ਦਾ ਉਹ ਸਿਖਰ ਸੀ ਕਿ ਜੇਕਰ ਅੱਜ ਅਸੀਂ ਹਿੰਦੁਸਤਾਨ ਦੀ ਜਿੱਤ ਦੇ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਪਾਕਿਸਤਾਨ ਦੀ 90,000 ਫੌਜ ਨੇ ਹਿੰਦੁਸਤਾਨ ਦੀ ਫੌਜ ਦੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਹਥਿਆਰ ਪੈਰਾਂ 'ਚ ਰੱਖ ਕੇ ਆਤਮ ਸਮਰਪਣ ਕਰ ਦਿੱਤਾ, ਤਾਂ ਉਸ ਸਾਰੇ ਆਤਮ ਸਮਰਪਣ ਦੇ ਪਿੱਛੇ ਸ਼ਬੇਗ ਸਿੰਘ ਦੀ ਗੁਰੀਲਾ ਯੁੱਧ ਨੀਤੀ ਦੀਆਂ ਉਹ ਘਟਨਾਵਾਂ ਸੀ ਜਿਨ੍ਹਾਂ ਨੇ ਪਾਕਿਸਤਾਨੀ ਫੌਜ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਉਸ ਗੁਰੀਲਾ ਯੁੱਧ ਨੀਤੀ ਦੇ ਮਾਹਰ ਸ਼ਬੇਗ ਸਿੰਘ ਦੇ ਅੱਗੇ ਹੁਣ ਉਹਨਾਂ ਦੀ ਪੇਸ਼ ਨਹੀਂ ਚੱਲੇਗੀ। ਮੁਕਤੀ ਬਾਣੀ 'ਚ ਜਨਰਲ ਸ਼ਬੇਗ ਸਿੰਘ ਨੇ ਆਪਣੀ ਪਹਿਚਾਣ ਗੁਪਤ ਰੱਖ ਕੇ ਐਸ ਬੇਗ ਦੇ ਨਾਮ ਤੇ ਇੱਕ ਮੁਸਲਮਾਨ ਬਾਗੀ ਫੌਜੀ ਅਫਸਰ ਵਜੋਂ ਪਾਕਿਸਤਾਨ ਦੇ ਖਿਲਾਫ ਲੜਾਈ ਲੜੀ। ਸ਼ਬੇਗ ਸਿੰਘ ਨੇ ਪੂਰਬੀ ਬੰਗਾਲ ਨੂੰ 11 ਸੈਕਟਰਾਂ 'ਚ ਵੰਡ ਕੇ ਆਪਣੀ ਰਣਨੀਤੀ ਬਣਾਈ। ਇਸ ਰਣਨੀਤੀ ਦੇ ਤਹਿਤ ਮੁਕਤੀ ਬਾਣੀ ਨੇ ਉੱਤਰੀ ਹਿੱਸੇ 'ਚ ਪੈਂਦੇ ਸਿਲਹਟ, ਜਰੀਆ ਤੇ ਜਮਾਲਪੁਰ ਤੋਂ ਪਾਕਿਸਤਾਨੀ ਫੌਜ ਤੇ ਹਮਲੇ ਕਰਨੇ ਸ਼ੁਰੂ ਕੀਤੇ। ਦੂਜੇ ਪਾਸੇ ਦੱਖਣ 'ਚ ਚਿੱਟਾਗਾਂਗ ਦੇ ਅਹਿਮ ਤੇ ਵੱਡੇ ਫੌਜੀ ਬੇਸ ਨੂੰ ਵੀ ਮੁਕਤੀ ਬਾਣੀ ਨੇ ਹੀ ਜਨਰਲ ਸ਼ਬੇਗ ਸਿੰਘ ਦੀ ਕਮਾਂਡ ਹੇਠ ਲੜ ਕੇ ਆਪਣੇ ਕਬਜ਼ੇ 'ਚ ਲਿਆ। ਇਸ ਤੋਂ ਇਲਾਵਾ ਗਾਜ਼ੀ ਪੀਰ, ਗਲਹੋਟੀ, ਗਰੀਬਪੁਰ, ਧਲੇਈ ਤੇ ਰੰਗਮਤੀ ਦੇ ਪਾਕਿਸਤਾਨੀ ਫੌਜੀ ਕੈਂਪਾਂ ਨੂੰ ਵੀ ਮੁਕਤੀ ਬਾਣੀ ਨੇ ਹੀ ਸਰ ਕੀਤਾ। ਪੂਰਬੀ ਬੰਗਾਲ ਦੇ ਧੁਰ ਅੰਦਰ ਤੱਕ ਇਹਨਾਂ ਥਾਵਾਂ ਤੇ ਗੁਰੀਲਿਆਂ ਨੇ ਪਾਕਿਸਤਾਨੀ ਫੌਜ ਨੂੰ ਸਖਤ ਟੱਕਰ ਦਿੱਤੀ ਤੇ ਹਰਾ ਕੇ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ। ਗੁਰੀਲਾ ਯੁੱਧ ਨੀਤੀ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਦੁਸ਼ਮਣ ਦੀ ਫੌਜ ਨੂੰ ਦਹਿਸ਼ਤਜ਼ਦਾ ਕਰਨਾ, ਤੇ ਜਨਰਲ ਸ਼ਬੇਗ ਸਿੰਘ ਦੀ ਮੁਕਤੀ ਬਾਣੀ ਨੇ ਅਜਿਹਾ ਹੀ ਕੀਤਾ।
ਪੂਰਬੀ ਬੰਗਾਲ ਦੇ ਵਿੱਚ ਲੜ ਰਹੀ ਪਾਕਿਸਤਾਨ ਦੀ ਫੌਜ ਦਹਿਸ਼ਤਜ਼ਦਾ ਹੋ ਗਈ ਤੇ ਭਾਰਤ ਪਾਕਿਸਤਾਨ ਨਾਲ ਲੜੀ ਗਈ ਇਸ ਲੁਕਵੀਂ ਜੰਗ ਦੇ ਵਿੱਚ ਜਿੱਤ ਗਿਆ। ਇੱਕ ਬਹੁਤ ਵੱਡੀ ਗੱਲ ਸੀ। ਇਸ ਲੜਾਈ ਦਾ ਸਾਰਾ ਮਾਣ-ਤਾਣ ਜਨਰਲ ਸੈਮ ਮਾਨਕਸ਼ਾ ਨੂੰ ਮਿਲਿਆ। ਜਨਰਲ ਸ਼ਬੇਗ ਸਿੰਘ ਦੀ ਕਾਰਗੁਜ਼ਾਰੀ ਨੂੰ ਇੱਕ ਹੋਰ ਸਿੱਖ ਜਨਰਲ ਜਗਜੀਤ ਸਿੰਘ ਅਰੋੜਾ ਦੀ ਝੋਲੀ ਪਾ ਦਿੱਤਾ ਗਿਆ। 90,000 ਤੋਂ ਵੱਧ ਪਾਕਿਸਤਾਨੀ ਫੌਜ ਦੇ ਆਤਮ ਸਮਰਪਣ ਦੀ ਕਾਰਵਾਈ ਜਨਰਲ ਜਗਜੀਤ ਸਿੰਘ ਅਰੋੜਾ ਦੀ ਹਾਜ਼ਰੀ 'ਚ ਕਰਵਾਈ ਗਈ। ਜਨਰਲ ਸ਼ਬੇਗ ਸਿੰਘ ਦੀ ਸ਼ਖਸੀਅਤ ਕਿਸੇ ਤਰ੍ਹਾਂ ਦੇ ਫੌਜੀ ਤਮਗਿਆਂ ਦੀ ਮੁਹਤਾਜ ਨਹੀਂ ਸੀ। ਵੱਡੇ ਤੇ ਖਤਰਨਾਕ ਕਾਰਜਾਂ ਨੂੰ ਹੱਥ ਪਾਉਣਾ ਉਹਨਾਂ ਦਾ ਸੁਭਾਅ ਸੀ। ਇਸ ਸਭ ਕੁਝ ਪਿੱਛੇ ਜਿਹੜੇ ਕਾਰਨ ਸਨ ਉਹ ਪਿਤਾ ਪੁਰਖੀ ਸਨ ਤੇ ਉਹਨਾਂ ਦੀ ਬਹਾਦਰੀ ਮਹਿਜ਼ ਇੱਕ ਫੌਜੀ ਜਰਨੈਲ ਹੋਣ ਦੀ ਵਜ੍ਹਾ ਤੋਂ ਨਹੀਂ ਸੀ। ਵੇਖੋ, ਜਦੋਂ ਅਸੀਂ ਜਨਰਲ ਸ਼ਬੇਗ ਸਿੰਘ ਹੁਣਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਦੇ ਹਾਂ ਤੇ ਜੇਕਰ ਅਸੀਂ ਉਹਨਾਂ ਦੀਆਂ ਪਰਿਵਾਰਕ ਪੀੜ੍ਹੀਆਂ ਦੇ ਜਿੰਨੇ ਕੁ ਸਰੋਤ ਸਾਨੂੰ ਇਤਿਹਾਸ 'ਚ ਮਿਲਦੇ ਨੇ, ਜੇਕਰ ਉਹਨਾਂ ਦੇ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਕਿਸੇ ਸਮੇਂ ਦੇ ਵਿੱਚ ਰਾਜੇ ਦਾਹਰ ਦੀ ਹਾਰ ਤੋਂ ਬਾਅਦ ਕੁਝ ਭੰਗੂ ਖਾਨਦਾਨ ਸੀ ਜਿਹੜੇ ਉੱਠ ਕੇ ਸਿੰਧ ਦੇ ਇਲਾਕੇ ਦੇ ਵਿੱਚ ਆ ਗਏ। ਸਮਾਂ ਬੀਤਦਾ ਗਿਆ, ਇਹਨਾਂ ਪਰਿਵਾਰਾਂ ਨੇ ਛੋਟੇ-ਮੋਟੇ ਕਬਾਇਲੀ ਪੱਧਰ ਦੇ ਉੱਪਰ ਅਨੇਕਾਂ ਲੜਾਈਆਂ ਵੀ ਲੜੀਆਂ ਤੇ ਇੱਕ ਖਾਸ ਖਿੱਤੇ ਦੇ ਵਿੱਚ ਆਪਣਾ ਛੋਟਾ ਜਿਹਾ ਇੱਕ ਰਾਜ ਵੀ ਸਥਾਪਿਤ ਕੀਤਾ। ਉਸ ਤੋਂ ਬਾਅਦ ਜਦੋਂ ਸਿੱਖ ਧਰਮ ਦਾ ਸੰਘਰਸ਼ਮਈ ਸਮਾਂ ਸ਼ੁਰੂ ਹੁੰਦਾ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਗੁਰਦਿਆਲ ਰਾਏ ਇਸ ਭੰਗੂ ਪਰਿਵਾਰ ਦੇ ਵਿੱਚੋਂ ਅੰਮ੍ਰਿਤ ਛਕ ਕੇ ਗੁਰਦਿਆਲ ਸਿੰਘ ਬਣਿਆ। ਗੁਰਦਿਆਲ ਸਿੰਘ ਦਾ ਬੇਟਾ ਇੱਕ ਹਰਾ ਸਿੰਘ ਸੀ ਤੇ ਹਰਾ ਸਿੰਘ ਦਾ ਬੇਟਾ ਕੌਮ ਦਾ ਉਹ ਜਰਨੈਲ ਹੈ ਜਿਸ ਦਾ ਨਾਮ ਕਿਸੇ ਵੀ ਜਾਣਕਾਰੀ ਦਾ ਮੁਹਤਾਜ ਨਹੀਂ। ਜਿਸ ਵੇਲੇ ਮੀਰ ਮਸਾਉਦੀਨ, ਅਸੀਂ ਆਮ ਕਰਕੇ ਉਸ ਨੂੰ ਮੱਸਾ ਰੰਗੜ ਦੇ ਨਾਮ ਦੇ ਨਾਲ ਜਾਣਦੇ ਹਾਂ, ਮੰਡਿਆਲੇ ਦਾ ਰਹਿਣ ਵਾਲਾ, ਉਸ ਮਸਾਉਦੀਨ ਨੇ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਉਸ ਵੇਲੇ ਉਹਦਾ ਸਿਰ ਵੱਢ ਕੇ ਲੈ ਕੇ ਜਾਣ ਵਾਲੇ ਦੋ ਸੂਰਮਿਆਂ ਦੇ ਵਿੱਚ ਇੱਕ ਸੂਰਮੇ ਦਾ ਨਾਮ ਹੈ ਮਹਿਤਾਬ ਸਿੰਘ। ਇਹ ਸਰਦਾਰ ਹਰਾ ਸਿੰਘ ਦਾ ਬੇਟਾ ਸੀ। ਫਖਰ ਦੇ ਨਾਲ ਉਸ ਵੇਲੇ ਹਰ ਸਿੱਖ ਦਾ ਸਿਰ ਉੱਚਾ ਹੋ ਜਾਂਦਾ ਹੈ ਜਦੋਂ ਸਾਡੇ ਪੁਰਾਤਨ ਸਰੋਤ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਜਾਣ ਦਾ ਜ਼ਿਕਰ ਕਰਦੇ ਲਿਖਦੇ ਨੇ, ਮੱਸੇ ਕਾ ਸਿਰ ਸਿੰਘ ਉਤਾਰਿਓ ਜਿਉਂ ਕਰ ਬੇਲੋ ਕਦੂਆ ਡਾਰਿਓ। ਜਿਸ ਤਰ੍ਹਾਂ ਵੇਲ ਦੇ ਨਾਲੋਂ ਕੱਦੂ ਤੋੜ ਕੇ ਲੈ ਜਾਈਦਾ ਹੈ, ਇਸੇ ਤਰ੍ਹਾਂ ਮਹਿਤਾਬ ਸਿੰਘ ਸੁੱਖਾ ਸਿੰਘ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਮੱਸਾ ਰੰਗੜ ਦਾ ਸਿਰ ਵੱਢ ਕੇ ਬੀਕਾਨੇਰ ਲੈ ਗਏ। ਤੰਤਰ ਨੂੰ ਪਤਾ ਲੱਗ ਚੁੱਕਾ ਸੀ ਕਿ ਇਹ ਜਰਨੈਲ ਕੋਈ ਆਮ ਜਰਨੈਲ ਨਹੀਂ ਹੈ। ਇਸ ਦੀਆਂ ਰਗਾਂ ਦੇ ਵਿੱਚ ਉਹਨਾਂ ਬਹਾਦਰ ਯੋਧਿਆਂ ਦਾ ਖੂਨ ਦੌੜ ਰਿਹਾ ਹੈ ਜਿਨ੍ਹਾਂ ਨੇ ਕਦੇ ਸਿੱਖ ਧਰਮ ਦੀ, ਸਿੱਖਾਂ ਦੀ ਆਨ ਤੇ ਸ਼ਾਨ ਦੇ ਲਈ ਜਿਹੜੇ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਵਾਲੇ ਸਨ, ਮੱਸਾ ਰੰਗੜ ਜਿਹੇ, ਉਹਨਾਂ ਦਾ ਸਿਰ ਲਾਇਆ ਸੀ। ਸੋ ਕਿਤੇ ਨਾ ਕਿਤੇ ਜਨਰਲ ਸ਼ਬੇਗ ਸਿੰਘ ਦੇ ਖਿਲਾਫ ਅੰਦਰੂਨੀ ਤੌਰ ਦੇ ਉੱਤੇ ਭਾਰਤੀ ਫੌਜ ਦੇ ਵਿੱਚ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋਇਆ। ਇਸ ਦੇ ਵਿੱਚ ਜਿਹੜੇ ਲੋਕ ਸ਼ਾਮਲ ਸਨ ਜਾਂ ਜਿਸ ਤਰੀਕੇ ਨਾਲ ਸਿਆਸੀ ਉਸ ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਸ ਦਾ ਸ਼ਾਮਲ ਹੋਣਾ, ਇਹ ਹੌਲੀ-ਹੌਲੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਇਸ ਨੇ ਜਨਰਲ ਸ਼ਬੇਗ ਸਿੰਘ ਨੂੰ ਧੁਰ ਅੰਦਰੋਂ ਤੋੜ ਕੇ ਤਾਂ ਜ਼ਰੂਰ ਰੱਖਿਆ, ਪਰ ਇਹੋ ਹੀ ਇੱਕ ਕਾਰਨ ਸੀ ਕਿ ਉਹ ਉਸ ਵੇਲੇ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਸਿੱਖਾਂ ਦੀਆਂ ਧਾਰਮਿਕ ਤੇ ਬੁਨਿਆਦੀ ਜਿਹੜੀਆਂ ਮੰਗਾਂ ਸਨ ਉਹਨਾਂ ਨੂੰ ਲੈ ਕੇ ਉਹ ਉਸ ਮੋਰਚੇ ਦੇ ਨੇੜੇ ਆਉਣਾ ਸ਼ੁਰੂ ਹੋ ਗਏ। ਤਾਂ ਜਿਹੜੀ ਗੱਲ ਮਹਿਤਾਬ ਸਿੰਘ, ਉਹਨਾਂ ਦੇ ਵੱਡੇ ਵਡੇਰਿਆਂ ਮਹਿਤਾਬ ਸਿੰਘ ਭੰਗੂ ਹੋਰਾਂ ਦੇ ਵਿੱਚ ਸੀ, ਸਿੱਖ ਧਰਮ ਤੇ ਸਿੱਖ ਕੌਮੀਅਤ ਦਾ ਜਜ਼ਬਾ, ਉਹ ਜਨਰਲ ਸ਼ਬੇਗ ਸਿੰਘ ਦੇ ਵਿੱਚ ਵੀ ਉਹ ਤਕਰੀਬਨ ਜਾਗ ਚੁੱਕਾ ਸੀ। ਪਰਿਵਾਰ ਦੇ ਉੱਪਰ ਮੁਸੀਬਤਾਂ ਦਾ ਦੌਰ ਚੱਲਿਆ। ਸਰਦਾਰ ਮਹਿਤਾਬ ਸਿੰਘ ਦੇ ਪਰਿਵਾਰ ਨੂੰ ਘੇਰਾ ਪਾ ਲਿਆ ਮੀਰਾਕੋਟ ਪਿੰਡ ਦੇ ਵਿੱਚ। ਇਸ ਪਰਿਵਾਰ ਦੇ ਨਾਲ ਇੱਕ ਪੰਜਾਬ ਦੀ ਇੱਕ ਐਸੀ ਅਖਾਣ ਜੁੜ ਗਈ ਜਿਹਦੇ ਅਸੀਂ ਭਾਵ ਅਰਥਾਂ ਨੂੰ ਸਮਝਿਆ ਨਾ, ਪਰ ਉਹਦੀ ਵਰਤੋਂ ਨੇ ਉਹਨਾਂ ਸ਼ਬਦਾਂ ਦੇ ਪੱਧਰ ਨੂੰ ਬੜਾ ਨੀਵਾਂ ਕਰ ਦਿੱਤਾ। ਕਿਸੇ ਦੀ ਵੁਕਤ ਨਾ ਹੋਵੇ, ਔਕਾਤ ਨਾ ਹੋਵੇ, ਕਿਸੇ ਕੰਮ ਦਾ ਵਿਅਕਤੀ ਨਾ ਹੋਵੇ, ਜਾਂ ਫਿਰ ਕਿਸੇ ਦੇ ਨੀਵੇਂਪਣ ਦਾ ਅਹਿਸਾਸ ਦਵਾ ਕੇ ਉਸ ਦਾ ਮਜ਼ਾਕ ਉਠਾਉਣਾ ਹੋਵੇ ਤਾਂ ਅਸੀਂ ਕਹਿੰਦੇ ਐਰਾ ਗੈਰਾ ਨੱਥੂ ਖੈਰਾ। ਪਰ ਜੇਕਰ ਪੁਰਾਤਨ ਸਰੋਤਾਂ ਦੀ ਘੋਖ ਕਰੀਏ ਤਾਂ ਇਹ ਸ਼ਬਦ ਇੰਜ ਨਹੀਂ ਸੀ। ਅਸਲੀ ਸ਼ਬਦ ਸੀ ਐਰਾ ਗੈਰਾ ਨੱਥੂ ਖੈਰਾ, ਕਿ ਐਰਾ ਗੈਰਾ ਨੱਥੂ ਖੈਰਾ ਨਹੀਂ ਹੋ ਸਕਦਾ।
ਮੀਰਾਂਕੋਟ ਦਾ ਚੌਧਰੀ ਨੱਥਾ ਖਹਿਰਾ, ਜਿਹੜਾ ਸਰਦਾਰ ਮਹਿਤਾਬ ਸਿੰਘ ਦਾ ਪੱਗਵੱਟ ਭਰਾ ਬਣਿਆ ਸੀ। ਜਿਸ ਵੇਲੇ ਮਹਿਤਾਬ ਸਿੰਘ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਗਿਆ, ਮੱਸਾ ਰੰਗੜ ਦੀ ਪਤਨੀ, ਉਸ ਦਾ ਸਾਲਾ ਤੇ ਉਸਦੇ ਭਰਾ ਉਸ ਵੇਲੇ ਹਕੂਮਤ ਦੇ ਕੋਲ ਜਾ ਕੇ ਲਾਹੌਰ ਪਿੱਟੇ ਤੇ ਉਹਨਾਂ ਨੇ ਕਿਹਾ ਕਿ ਮਹਿਤਾਬ ਸਿੰਘ ਦਾ ਪਰਿਵਾਰ ਜਿੰਨਾ ਚਿਰ ਅਸੀਂ ਖਤਮ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਮੱਸਾ ਰੰਗੜ ਦੀ ਲਾਸ਼ ਨੂੰ ਦਫਨ ਨਹੀਂ ਕਰਾਂਗੇ। ਹਕੂਮਤ ਦੇ ਵੱਲੋਂ ਉਹਨਾਂ ਨੂੰ ਪੂਰੇ ਅਧਿਕਾਰ ਦੇ ਦਿੱਤੇ ਗਏ। ਪਤਾ ਲੱਗਾ ਕਿ ਮਹਿਤਾਬ ਸਿੰਘ ਮੀਰਾਂਕੋਟ ਤਾਂ ਬਾਗੀ ਸਿੰਘਾਂ ਦੇ ਨਾਲ ਜੰਗਲਾਂ ਦੇ ਵਿੱਚ ਨੇ, ਪਰ ਉਹਨਾਂ ਦਾ ਇੱਕ ਬੇਟਾ ਉਹਨਾਂ ਦੇ ਪੱਗਵੱਟ ਦੋਸਤ ਨੱਥਾ ਖਹਿਰਾ ਦੇ ਘਰ ਰਹਿੰਦਾ। ਪਿੰਡ ਨੂੰ ਘੇਰਾ ਪਾ ਲਿਆ ਗਿਆ। ਨੱਥੇ ਖਹਿਰੇ ਨੂੰ ਬੁਲਾ ਕੇ ਉਸ ਵੇਲੇ ਦੇ ਹਕੂਮਤ ਦੇ ਅਹਿਲਕਾਰ ਕਹਿੰਦੇ ਨੇ ਕਿ ਸਾਨੂੰ ਪਤਾ ਲੱਗਾ ਤੇਰੇ ਘਰ ਮਹਿਤਾਬ ਸਿੰਘ ਮੀਰਾਂਕੋਟ ਦਾ 7 ਸਾਲ ਦਾ ਪੁੱਤਰ ਹੈ, ਉਸ ਨੂੰ ਸਾਡੇ ਹਵਾਲੇ ਕਰ ਦੇ। ਕਾਫੀ ਲੰਬੀ ਵਾਰਤਾਲਾਪ ਹੋਈ। ਇਸ ਵਾਰਤਾਲਾਪ ਦੇ ਵਿੱਚ ਨੱਥੇ ਖਹਿਰੇ ਨੇ ਇਹ ਗੱਲ ਕਹੀ ਕਿ ਮੈਂ ਉਸ ਦਾ ਪੁੱਤਰ ਤਾਂ ਤੁਹਾਨੂੰ ਸੌਂਪ ਸਕਦਾ ਹੈ ਜੇਕਰ ਤੁਸੀਂ ਲਿਖਤੀ ਇਕਰਾਰ ਕਰੋ ਕਿ ਤੁਸੀਂ ਉਸ ਦਾ ਜਾਨੀ ਨੁਕਸਾਨ ਨਹੀਂ ਕਰੋਗੇ। ਪਰ ਉਸ ਵੇਲੇ ਮੱਸਾ ਰੰਗੜ ਦੇ ਪਰਿਵਾਰ ਦੇ ਜਿਹੜੇ ਸਰਕਾਰੀ ਅਹਿਲਕਾਰ ਸੀ, ਉਹਨਾਂ ਨੇ ਕਿਹਾ ਨਹੀਂ, ਇਹ ਕਿਵੇਂ ਹੋ ਸਕਦਾ ਹੈ? ਉਹ ਸਾਡੇ ਚੌਧਰੀ ਦਾ ਸਿਰ ਵੱਢ ਕੇ ਲੈ ਗਿਆ ਤੇ ਅਸੀਂ ਉਸਦੇ ਪੁੱਤਰ ਦੇ ਨਾਲ ਨਿਆਂ ਕਰੀਏ, ਇਨਸਾਫ ਕਰੀਏ, ਰਹਿਮ ਕਰੀਏ, ਇੰਜ ਨਹੀਂ ਹੋ ਸਕਦਾ। ਮਾਯੂਸ ਹੋ ਕੇ ਨੱਥਾ ਖਹਿਰਾ ਘਰ ਆਇਆ। ਇੱਕ ਨੌਕਰ ਸੀ, ਇੱਕ ਬੇਟਾ ਸੀ, ਤੇ ਜਦੋਂ ਘਰ ਆਇਆ ਤੇ ਤਾਇਆ ਜੀ ਕਹਿ ਕੇ 7 ਸਾਲ ਦੇ ਬੱਚੇ ਰਾਏ ਸਿੰਘ ਨੇ ਨੱਥਾ ਖਹਿਰਾ ਦੀਆਂ ਲੱਤਾਂ ਨੂੰ ਜੱਫੀ ਪਾ ਲਈ। ਨੱਥੂ ਖਹਿਰੇ ਦੀ ਅੱਖਾਂ ਦੇ ਵਿੱਚ ਹੰਝੂ ਸੀ ਕਿ ਜੇਕਰ ਇਸ 7 ਸਾਲ ਦੇ ਬੱਚੇ ਨੂੰ ਹਕੂਮਤ ਦੇ ਅਹਿਲਕਾਰਾਂ ਨੂੰ ਸੌਂਪ ਦਿੱਤਾ ਤਾਂ ਮੇਰੇ ਸਾਹਮਣੇ ਹੀ ਇਸ ਨੂੰ ਬੇਦਰਦ ਤਰੀਕੇ ਦੇ ਨਾਲ ਕਤਲ ਕਰ ਦੇਣਗੇ। ਬੇਟੇ ਦੇ ਨਾਲ ਸਲਾਹ ਕੀਤੀ ਤੇ ਬੇਟੇ ਨੇ ਕਿਹਾ, ਪਿਤਾ ਜੀ, ਪੱਗ ਵਟਾਈ ਦੀ ਲਾਜ ਰੱਖਣੀ ਹੁਣ ਤੁਹਾਡਾ ਧਰਮ ਹੈ। ਨੱਥੇ ਖਹਿਰੇ ਨੇ ਤੋੜੇਦਾਰ ਬੰਦੂਕ ਲਈ, ਆਪਣੇ ਇੱਕ ਨੌਕਰ ਨੂੰ ਨਾਲ ਲਿਆ, ਆਪਣੇ ਬੇਟੇ ਨੂੰ ਨਾਲ ਲਿਆ, ਤੀਰ ਲਏ, ਤੀਰ ਕਮਾਨ ਤੇ ਤਲਵਾਰ ਲਈ ਤੇ ਮਹਿਤਾਬ ਸਿੰਘ ਮੀਰਾਂਕੋਟ ਦੇ ਬੇਟੇ ਰਾਏ ਸਿੰਘ ਨੂੰ ਚੁੱਕ ਕੇ ਪਿੰਡ ਤੋਂ ਦੌੜ ਗਿਆ। ਹਕੂਮਤ ਦੀ ਫੌਜ ਨੇ ਪਿੱਛਾ ਕੀਤਾ। ਪਿੰਡ ਤੋਂ 2 ਕੋ ਦੂਰ ਜਾ ਕੇ ਬੜੀ ਭਿਆਨਕ ਲੜਾਈ ਹੋਈ। ਇਸ ਲੜਾਈ ਦੇ ਵਿੱਚ ਨੱਥਾ ਖਹਿਰਾ ਸ਼ਹੀਦ ਹੋਇਆ, ਉਸ ਦਾ ਪੁੱਤਰ ਸ਼ਹੀਦ ਹੋਇਆ, ਉਸ ਦੇ ਘਰ ਕੰਮ ਕਰਨ ਵਾਲਾ ਨੌਕਰ ਸ਼ਹੀਦ ਹੋਇਆ ਤੇ ਸਰਦਾਰ ਰਾਏ ਸਿੰਘ ਜਿਹੜਾ ਉਦੋਂ 7 ਸਾਲ ਦਾ ਸੀ, ਇਸ ਦੀ ਗਰਦਨ ਤੇ ਫੱਟ ਲੱਗਾ। ਮਰਿਆ ਜਾਣ ਕੇ ਹਕੂਮਤ ਲਾਸ਼ਾਂ ਉੱਥੇ ਛੱਡ ਕੇ ਚਲੀ ਗਈ। ਲਾਗਿਓਂ ਹੀ ਇੱਕ ਔਰਤ ਆ ਰਹੀ ਸੀ। ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਕੰਬੋ ਖਾਨਦਾਨ ਦੇ ਵਿੱਚੋਂ ਉਸ ਔਰਤ ਨੇ ਇਸ ਬੱਚੇ ਨੂੰ ਆਪਣੀ ਟੋਕਰੀ ਦੇ ਵਿੱਚ ਰੱਖਿਆ, ਆਪਣੇ ਘਰ ਲੈ ਗਈ, ਸੇਵਾ ਸੰਭਾਲ ਕੀਤੀ। ਬੱਚਾ ਹੋਸ਼ ਦੇ ਵਿੱਚ ਆਇਆ ਕਿਉਂਕਿ ਗਰਦਨ ਦੇ ਉੱਪਰ ਲੱਗਾ ਫੱਟ ਐਸਾ ਨਹੀਂ ਸੀ ਕਿ ਜਾਨਲੇਵਾ ਸਾਬਤ ਹੋ ਸਕੇ। ਜ਼ਰਾਹ ਨੇ ਟਾਂਕੇ ਲਗਾ ਦਿੱਤੇ। ਉਹੀ ਬੱਚਾ ਸਰਦਾਰ ਰਾਏ ਸਿੰਘ ਬਣਿਆ, ਜਿਸ ਦੇ ਘਰ ਕੌਮ ਦੇ ਮਹਾਨ ਇਤਿਹਾਸਕਾਰ ਰਤਨ ਸਿੰਘ ਭੰਗੂ ਨੇ ਜਨਮ ਲਿਆ। ਰਤਨ ਸਿੰਘ ਭੰਗੂ ਦੇ ਪਰਿਵਾਰ ਦੇ ਵਿੱਚ ਅੱਗੇ ਸਰਦਾਰ ਗੁਰਮੁਖ ਸਿੰਘ ਤੇ ਸਰਮੁਖ ਸਿੰਘ 2 ਸੁਪੁੱਤਰ ਸੀ। ਸਰਮੁਖ ਸਿੰਘ ਦਾ ਪੁੱਤਰ ਸੁਰੈਣ ਸਿੰਘ, ਉਸ ਦਾ ਬੇਟਾ ਠਾਕੁਰ ਸਿੰਘ। ਠਾਕੁਰ ਸਿੰਘ ਦਾ ਪਰਿਵਾਰ ਪਿੰਡ ਖਿਆਲੇ ਆ ਕੇ ਵਸਿਆ ਤੇ ਉਸ ਦੇ ਬੇਟੇ ਭਗਵਾਨ ਸਿੰਘ ਦੇ ਘਰ ਸਿੱਖ ਕੌਮ ਦੇ ਇਸ ਮਹਾਨ ਜਰਨੈਲ ਸਰਦਾਰ ਸ਼ਬੇਗ ਸਿੰਘ ਦਾ ਜਨਮ ਹੋਇਆ। ਸ਼ਬੇਗ ਸਿੰਘ ਦੀਆਂ ਰਗਾਂ 'ਚ ਦੌੜ ਰਿਹਾ ਖੂਨ ਬਾਗੀ ਪ੍ਰਵਿਰਤੀ ਦਾ ਸੀ। 1971 ਦੀ ਪਾਕਿਸਤਾਨ ਖਿਲਾਫ ਜੰਗ ਅਤੇ ਬੰਗਲਾਦੇਸ਼ ਬਣਨ ਦੇ ਕੁਝ ਸਾਲਾਂ ਬਾਅਦ ਜਨਰਲ ਸ਼ਬੇਗ ਸਿੰਘ ਨੇ ਭਾਰਤੀ ਫੌਜ ਦਾ ਮੁਖੀ ਬਣ ਜਾਣਾ ਸੀ। ਇਸ ਲਈ ਭਾਰਤੀ ਤੰਤਰ ਜਨਰਲ ਸ਼ਬੇਗ ਸਿੰਘ ਨੂੰ ਫੌਜ ਦਾ ਮੁਖੀ ਬਣਾਉਣ ਦਾ ਜ਼ੋਖਮ ਨਹੀਂ ਝੱਲ ਸਕਦਾ ਸੀ ਤੇ ਭਾਰਤੀ ਤੰਤਰ ਦੀ ਐਸੇ ਸੋਚ ਨੇ ਜਨਰਲ ਸ਼ਬੇਗ ਸਿੰਘ ਨੂੰ ਸੱਚਮੁੱਚ ਦਾ ਬਾਗੀ ਬਣਾਉਣ ਲਈ ਰਾਹ ਪੱਧਰਾ ਕਰ ਦਿੱਤਾ, ਜਿਸ ਨੇ ਬਾਅਦ 'ਚ ਜੂਨ 1984 ਦੀਆਂ ਘਟਨਾਵਾਂ ਨੂੰ ਇਤਿਹਾਸ ਦੇ ਵਰਕਿਆਂ ਤੇ ਲਾਲ ਰੰਗ ਨਾਲ ਲਿਖਣਾ ਸੀ। ਉਹਨਾਂ ਦੇ ਸਮਕਾਲੀ ਅਫਸਰਾਂ ਅਤੇ ਕੁਝ ਨੇੜਲੇ ਹਲਕਿਆਂ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਤੇ ਇਹ ਵੀ ਦੱਸਿਆ ਕਿ ਪੂਰਬੀ ਪਾਕਿਸਤਾਨ 'ਚ ਗੁਰੀਲਾ ਯੁੱਧ ਦੀ ਅਗਵਾਈ ਕਰਦਿਆਂ ਉਹ ਪਾਕਿਸਤਾਨੀ ਫੌਜ ਦੇ ਜ਼ੁਲਮਾਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਆਜ਼ਾਦੀ ਲਈ ਤਿਆਰ ਤਾਂ ਕਰ ਰਹੇ ਸਨ, ਪਰ ਉਹ ਖੁਦ ਪੂਰਬੀ ਪਾਕਿਸਤਾਨ 'ਚ ਦਾਖਲ ਹੋਈ ਬਿਨਾਂ ਵਰਦੀ ਭਾਰਤੀ ਫੌਜ ਦੀਆਂ ਵਧੀਕੀਆਂ ਤੋਂ ਨਾਰਾਜ਼ ਵੀ ਸਨ ਤੇ ਇਹਨਾਂ ਹੀ ਲੋਕਾਂ ਦੇ ਮੁਤਾਬਕ ਬੰਗਲਾਦੇਸ਼ੀਆਂ ਨੂੰ ਪਾਕਿਸਤਾਨ ਖਿਲਾਫ ਖੜਾ ਕਰਨ ਤੇ ਹਥਿਆਰਬੰਦ ਲੜਾਈ ਵਾਸਤੇ ਤਿਆਰ ਕਰਨ ਲਈ ਭਾਰਤੀ ਫੌਜ ਨੇ ਉਹਨਾਂ ਤੇ ਬੇਅੰਤ ਜ਼ੁਲਮ ਕੀਤੇ। ਇਹ ਸਭ ਕੁਝ ਜਨਰਲ ਸ਼ਬੇਗ ਸਿੰਘ ਨੂੰ ਪਤਾ ਲੱਗਾ ਤਾਂ
ਉਹ ਸੀਨੀਅਰ ਫੌਜੀ ਅਫਸਰਾਂ ਨਾਲ ਨਾਰਾਜ਼ ਹੋਏ ਤੇ ਉਹਨਾਂ ਨੇ ਰੋਸ ਵੀ ਪ੍ਰਗਟ ਕੀਤਾ। ਜਦੋਂ 1971 ਚ 90,000 ਪਾਕਿਸਤਾਨੀ ਫੌਜੀਆਂ ਨੇ ਆਪਣੀ ਹਾਰ ਮੰਨ ਲਈ ਅਤੇ ਆਤਮ ਸਮਰਪਣ ਕਰਨ ਲਈ ਹਾਮੀ ਭਰੀ ਤਾਂ ਭਾਰਤ ਸਰਕਾਰ ਨੇ ਜਨਰਲ ਸ਼ਬੇਗ ਸਿੰਘ ਨੂੰ ਇੱਕ ਵੱਡਾ ਝਟਕਾ ਦੇ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਹੀ ਚੱਲਣਾ ਪਏਗਾ ਤੇ ਇਸੇ ਵਿੱਚ ਹੀ ਭਲਾਈ ਹੈ। ਪਰ ਉਹਨਾਂ ਦੀ ਜ਼ਮੀਰ ਨੇ ਧਾਰਮਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਨਾਲ ਸਮਝੌਤਾ ਨਾ ਕੀਤਾ ਤੇ ਆਪਣੇ ਸੀਨੀਅਰ ਅਫਸਰਾਂ ਨਾਲ ਰੋਸ ਪ੍ਰਗਟ ਕਰਨਾ ਜਾਰੀ ਰੱਖਿਆ। ਕਹਿੰਦੇ ਨੇ ਕਿ ਜਨਰਲ ਸ਼ਬੇਗ ਸਿੰਘ ਨੇ ਪੂਰਬੀ ਪਾਕਿਸਤਾਨ ਦੇ ਮੋਰਚੇ ਤੇ 1971 ਚ ਲੜੀ ਗਈ ਗੁਰੀਲਾ ਜੰਗ ਬਾਰੇ ਇੱਕ ਵੇਰਵੇ ਸਹਿਤ ਰਿਪੋਰਟ ਬਣਾਈ ਤੇ ਇੱਕ ਕਿਤਾਬ ਲਿਖਣ ਦਾ ਮਨ ਬਣਾ ਲਿਆ ਸੀ ਤੇ ਇਸ ਦੀ ਜਾਣਕਾਰੀ ਭਾਰਤੀ ਫੌਜ ਤੇ ਉਸ ਵੇਲੇ ਉਸ ਨੂੰ ਕੰਟਰੋਲ ਕਰ ਰਹੀ ਇੰਦਰਾ ਗਾਂਧੀ ਨੂੰ ਮਿਲ ਗਈ। ਜਨਰਲ ਸ਼ਬੇਗ ਸਿੰਘ ਵੱਲੋਂ 1971 ਦੀ ਜੰਗ ਬਾਰੇ ਕਿਤਾਬ ਲਿਖਣਾ ਭਾਵ ਭਾਰਤ ਸਰਕਾਰ ਦੇ ਕਥਿਤ ਕਾਰਨਾਮਿਆਂ ਨੂੰ ਨੰਗਾ ਕਰਨਾ ਹੋ ਸਕਦਾ ਸੀ। ਬਸ ਇਸ ਦੇ ਤੁਰੰਤ ਬਾਅਦ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਦਾ ਇੱਕ ਲੰਮਾ ਦੌਰ ਸ਼ੁਰੂ ਹੋ ਗਿਆ। ਉਹਨਾਂ ਦੀ ਮਾਨਸਿਕ ਤਾਕਤ ਖੋਰਨ ਲਈ ਇਸ ਦੇ ਬਾਅਦ ਕਈ ਵਿਭਾਗੀ ਇਨਕੁਆਰੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਕਿ ਉਹਨਾਂ ਨੂੰ ਜ਼ਲੀਲ ਕਰਕੇ ਮਾਨਸਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ। ਜਿੱਥੋਂ ਤੱਕ ਉਹਨਾਂ ਨਾਲ ਹੋਈ ਨਾ ਇਨਸਾਫੀ ਦੀ ਗੱਲ ਹੈ ਤੇ ਮੇਰੇ ਖਿਆਲ ਦੇ ਨਾਲ ਉਹ ਇੱਕ ਐਸਾ ਦ੍ਰਿੜ ਨਿਸ਼ਚੇ ਵਾਲਾ ਅਣਖੀਲਾ ਜਰਨੈਲ ਸੀ ਜਿਸ ਨੇ ਕਦੀ ਵੀ ਰਾਜਸੀ ਆਕਾਵਾਂ ਦਾ ਹੁਕਮ ਨਹੀਂ ਮੰਨਿਆ। ਜੈ ਪ੍ਰਕਾਸ਼ ਦੇ ਨਾਲ ਸਬੰਧਾਂ ਦਾ ਦੋਸ਼ ਲੱਗਾ। ਬੜੀਆਂ ਛੋਟੀਆਂ-ਛੋਟੀਆਂ ਗੱਲਾਂ ਸੀ ਪਰ ਆ ਜਾ ਕੇ ਜਦੋਂ ਉਹਨਾਂ ਗੱਲਾਂ ਦੇ ਨਤੀਜੇ ਵੇਖਦੇ ਆ ਤਾਂ ਇੰਜ ਲੱਗਦਾ ਹੈ ਕਿ ਭਾਰਤੀ ਹਕੂਮਤ ਦਾ ਨਿਸ਼ਾਨਾ ਉਸ ਅਣਖੀਲੇ ਜਰਨੈਲ ਨੂੰ ਜ਼ਲੀਲ ਕਰਨਾ ਸੀ। ਇੱਥੋਂ ਤੱਕ ਮੈਂ ਕਹਿੰਦੀ ਆ ਇੱਕ ਨਿੱਕਾ ਜਿਹਾ ਦੋਸ਼ ਲਾ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਜਦੋਂ ਇਸ ਦੋਸ਼ ਦੀ ਇਨਕੁਆਰੀ ਹੋਈ ਤੇ ਉਹਦੇ ਵਿੱਚੋਂ ਨਿਰਦੋਸ਼ ਪਾਇਆ ਗਿਆ। ਅਦਾਲਤਾਂ ਦੇ ਸਾਰਾ ਨਿਜ਼ਾਮ ਉਹਨਾਂ ਦੇ ਅਧੀਨ ਹੋਣ ਦੇ ਬਾਵਜੂਦ ਵੀ ਫਿਰ ਵੀ ਉਹ ਚਿੱਟੇ ਦਿਨ ਵਰਗੀ ਸੁੱਚੀ ਸ਼ਖਸੀਅਤ ਉੱਤੇ ਆਪਣੀਆਂ ਮੰਦੀਆਂ ਭਾਵਨਾਵਾਂ ਦੇ ਇਲਜ਼ਾਮ ਲਾ ਕੇ ਦਾਗ ਨਾ ਲਾ ਸਕੇ। ਤੋ ਬੇਸ਼ੱਕ ਮੈਦਾਨੇ ਜੰਗ 'ਚ ਜੂਝਣਾ, ਗੁਰੀਲਾ ਲੜਾਈ ਦੇ ਮਾਹਰ ਹੋਣਾ ਔਰ ਹੋਰ ਗੁਣਾਂ ਦਾ ਉਸਦੇ ਰੂਹਾਨੀਅਤ ਦਾ ਉਸਦੀ ਸ਼ਖਸੀਅਤ ਦਾ ਹਿੱਸਾ ਬਣ ਜਾਣਾ ਇਹ ਸਿੱਧ ਕਰਦਾ ਹੈ ਕਿ ਉਹਦੀਆਂ ਰਗਾਂ ਦੇ ਵਿੱਚ ਮਹਿਤਾਬ ਸਿੰਘ ਮੀਰਾਕੋਟ ਦਾ ਖੂਨ ਸੀ। ਪਰ ਉਸ ਅਣਖੀਲੇ ਜਰਨੈਲ ਦੇ ਨਾਲ ਭਾਰਤੀ ਹਕੂਮਤ ਵੱਲੋਂ ਜਿਸ ਤਰ੍ਹਾਂ ਦਾ ਵਿਤਕਰਾ ਕੀਤਾ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਕਿਵੇਂ ਦੀ ਈਰਖਾਲੂ ਨੀਤੀ ਸੀ। ਹਰ ਵਕਤ ਜਦੋਂ ਅਸੀਂ ਲਿਖਦੇ ਪ੍ਰੈਸ ਵਾਲੇ ਖਾਸ ਕਰਕੇ ਅਸੀਂ ਡਿਸਮਿਸਡ ਜਰਨਲ ਜਾਂ ਕੈਸ਼ੀਅਰਡ ਜਰਨਲ ਦੇ ਲੈਵਲ ਤੇ ਅਸੀਂ ਦੋ ਸ਼ਬਦ ਵਰਤਦੇ ਉਹਨਾਂ ਲਈ ਤੇ ਸ਼ਾਇਦ ਉਹਨਾਂ ਦੇ ਅੰਦਰ ਬਹੁਤ ਦੁੱਖ ਹੋਵੇ ਇਸ ਗੱਲ ਦਾ ਦੋਨੋਂ ਸ਼ਬਦਾਂ ਦਾ। ਪਰ ਇਹ ਗੱਲ ਹੈ ਬਾਅਦ ਚ ਸਾਨੂੰ ਇੱਕ ਗੱਲ ਦਾ ਹੋਰ ਵੀ ਪਤਾ ਲੱਗਾ ਪ੍ਰੈਸ ਵਾਲਿਆਂ ਨੂੰ ਵੀ ਸ਼ਬੇਗ ਸਿੰਘ ਇਹ ਬਹਾਲ ਹੋ ਗਿਆ ਸੀ। ਉਹਨਾਂ ਨੂੰ ਬਿਲਕੁਲ ਸਾਰੇ ਦੋਸ਼ਾਂ ਤੋਂ ਬਰੀ ਕਰਤਾ ਸੀ ਫਰਵਰੀ 1984 ਚ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ। ਜਿਸ ਵੇਲੇ ਜਨਰਲ ਸ਼ਬੇਗ ਸਿੰਘ ਫੌਜ ਦੀ ਕਾਰਵਾਈ ਤੇ ਉਹਨਾਂ ਦੇ ਖਿਲਾਫ ਹੋਈ ਵਿਭਾਗੀ ਕਾਰਵਾਈ ਤੋਂ ਬੁਰੀ ਤਰ੍ਹਾਂ ਨਿਰਾਸ਼ ਸਨ, ਉਦਾਸੀ ਵਿੱਚ ਸਨ, ਉਸ ਵੇਲੇ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਜਿੱਥੋਂ ਸਿੱਖਾਂ ਦੀਆਂ ਹੱਕੀ ਮੰਗਾਂ ਦੇ ਲਈ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਉਹਦੇ ਡਿਕਟੇਟਰ ਸਨ ਸੰਤ ਹਰਚੰਦ ਸਿੰਘ ਲੌਂਗੋਵਾਲ। ਜਨਰਲ ਸ਼ਬੇਗ ਸਿੰਘ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੱਕ ਪਹੁੰਚ ਕੀਤੀ, ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਣਾ ਆਪਾ ਸਮਰਪਿਤ ਕੀਤਾ ਕਿ ਮੈਂ ਕੌਮ ਦੇ ਲਈ ਕੁਝ ਕਰਨਾ ਚਾਹੁੰਦਾ, ਮੇਰੀ ਜਿਹੜੀ ਬਾਕੀ ਦੀ ਜ਼ਿੰਦਗੀ ਹੈ ਉਹ ਧਰਮ ਯੁੱਧ ਮੋਰਚੇ ਦੇ ਲੇਖੇ ਆ, ਕੌਮ ਦੇ ਲੇਖੇ ਆ। ਪਰ ਉਹਨਾਂ ਦੀਆਂ 2-3 ਮੀਟਿੰਗਾਂ ਹੋਈਆਂ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਤੇ ਉਹਨਾਂ ਨੇ ਜਾਣਿਆ ਕਿ ਜਿਹੜਾ ਹਰਚੰਦ ਸਿੰਘ ਲੌਂਗੋਵਾਲ ਦਾ ਸੰਘਰਸ਼ ਹੈ ਇਹ ਸਿੱਖਾਂ ਦਾ ਸੰਘਰਸ਼ ਨਹੀਂ, ਇਹ ਅਕਾਲੀਆਂ ਦਾ ਸੰਘਰਸ਼ ਹੈ ਤੇ ਅਕਾਲੀਆਂ ਦੀ ਦੌੜ ਹੈ ਜਿਹੜੀ ਉਹ ਸਿਰਫ ਕੁਰਸੀ ਤੱਕ ਹੈ। ਸੋ ਇੱਥੇ ਆ ਕੇ ਵੀ ਉਹਨਾਂ ਨੂੰ ਤਸੱਲੀ ਨਾ ਮਿਲੀ। ਇਤਿਹਾਸ ਨੇ ਆਉਣ ਵਾਲੇ ਸਮੇਂ ਲਈ ਕੁਝ ਵੱਖਰੇ ਤਰੀਕੇ ਦੀਆਂ ਕਹਾਣੀਆਂ ਸਾਡੇ ਸਾਹਮਣੇ ਪੇਸ਼ ਕਰਨੀਆਂ ਸਨ। ਇਸ ਲਈ ਜਨਰਲ ਸ਼ਬੇਗ ਸਿੰਘ ਦੇ ਪੈਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਗੁਰੂ ਨਾਨਕ ਨਿਵਾਸ 'ਚ ਰਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੱਕ ਪਹੁੰਚ ਗਏ। ਸੰਤ ਜਰਨੈਲ ਸਿੰਘ 'ਚੋਂ ਉਹਨਾਂ ਨੂੰ ਸਮੁੱਚੀ ਸਿੱਖ ਕੌਮ ਦੇ ਇੱਕੋ ਇੱਕ ਸੁਪਰੀਮ ਆਗੂ, ਸੁਪਰੀਮ ਜਰਨੈਲ ਦਾ ਚਿਹਰਾ ਦਿਖਾਈ ਦਿੱਤਾ। ਦੇਖੋ ਇਹ ਤਾਂ ਇੱਕ ਫੈਕਟ ਹੈ ਕਿ ਉਹਨਾਂ ਨਾਲ ਫੌਜ ਦੇ ਵਿੱਚ ਬਹੁਤ ਜ਼ਿਆਦਤੀ ਡਿਸਕ੍ਰਿਮੀਨੇਸ਼ਨ ਹੋਇਆ ਐਜ ਏ ਸਿੱਖ, ਜਿਹਦੇ ਉਹਨਾਂ ਦੇ ਮਨ ਤੇ ਸੱਟ ਵੱਜੀ ਹੋਊਗੀ
ਲਾਜ਼ਮੀ, ਪਰ ਇਹ ਗੱਲਾਂ ਤਾਂ ਹੋਰ ਬਹੁਤ ਸਾਰੇ ਸਿੱਖਾਂ ਨਾਲ ਹੋਈਆਂ ਜੀ, ਜਾਂ ਹੋ ਰਹੀਆਂ ਨੇ, ਫੌਜ ਦੇ ਵਿੱਚ ਵੀ ਹੋਈਆਂ ਹੋਣਗੀਆਂ, ਪਰ ਹਰ ਕੋਈ ਸਿੱਖ ਇਸ ਰਾਹ ਨਹੀਂ ਪੈਂਦਾ। ਸੋ ਇਹ ਤਾਂ ਇੱਕ ਚਲੋ ਸ਼ੁਰੂਆਤ ਤੱਕ ਇਹ ਜਾ ਸਕਦੀ ਹੈ ਕਿ ਉਹਨਾਂ ਉਹ ਜ਼ਖਮੀ ਹੋਏ ਇਸ ਗੱਲ ਨਾਲ, ਪਰ ਜਿਹੜਾ ਇੱਕ ਨਿੱਜੀ ਰੰਜਿਸ਼ ਹੈ ਉਹ ਕੌਮੀ ਚੇਤਨਾ 'ਚ ਕਦੋਂ ਵੱਟਦੀ ਹੈ, ਇਹਦੇ ਵਾਸਤੇ ਕੋਈ ਕਿਸੇ ਅਜਿਹੀ ਹਸਤੀ ਦੇ ਸੰਪਰਕ 'ਚ ਆਉਣਾ ਜ਼ਰੂਰੀ ਹੈ ਕਿ ਜਿਹੜੀ ਉਸ ਨਿੱਜੀ ਰੰਜਿਸ਼ ਨੂੰ ਕੌਮੀ ਚੇਤਨਾ ਦੇ ਵਿੱਚ ਪੜ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਮਿਲੇ ਤੇ ਉਹਨਾਂ ਨੂੰ ਮਿਲ ਕੇ ਜਦੋਂ ਗੱਲਾਂ ਕੀਤੀਆਂ, ਇੱਕ ਉਹਦੇ ਅੰਦਰ ਵੀ ਗੁਰੂ ਦਾ ਦਰਦ ਤੇ ਕੌਮ ਦਾ ਦਰਦ ਤੇ ਵਫਾਦਾਰੀਆਂ, ਇਨਸਾਨੀਅਤ ਦਾ ਦਰਦ, ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਜਰਨੈਲ ਸਿੰਘ, ਦੂਜੇ ਪਾਸੇ ਜਨਰਲ ਸ਼ਬੀਕ ਸਿੰਘ ਮਿਲ ਕੇ ਆ ਕੇ ਜਗਬੀਰ ਸਿੰਘ ਨੂੰ ਇੱਕ ਸੁਨੇਹਾ ਦਿੱਤਾ। ਕਹਿਣ ਲੱਗੇ, ਸਜਣਾ ਕੌਣ ਆਨੰਦ ਆਏਗਾ, ਇੱਕ ਕੌਮ ਦਾ ਜਰਨੈਲ ਹੋਵੇ, ਇੱਕ ਸਾਹਮਣੇ ਉਹਦੇ ਦੇਸ਼ ਦਾ ਜਰਨੈਲ ਹੋਵੇ। ਅੱਜ ਦੋਨਾਂ ਦਾ ਮਿਲਾਪ ਹੋਇਆ, ਇਹਦੇ ਵਿੱਚੋਂ ਆਪਾਂ ਸਿੱਖ ਕੌਮ ਦੀ ਤਸਵੀਰ ਨੂੰ ਉਗਾੜਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਉੱਤੇ ਪਈ ਹੋਈ ਸਮੇਂ ਦੀ ਗਰਦ ਝਾੜ ਕੇ ਉਹਨੂੰ ਸਾਫ਼ ਸੁਥਰੀ ਕਰਾਂਗੇ ਤੇ ਉਹਦੇ ਨਾਲ ਆਪਣੇ ਵੱਲੋਂ ਇਨਸਾਨੀਅਤ ਦੇ ਸਾਹਮਣੇ ਇੱਕ ਵੱਖਰਾ ਪੱਖ ਰੱਖਾਂਗੇ। ਜਦੋਂ ਸੰਤ ਜਰਨੈਲ ਸਿੰਘ ਔਰ ਜਨਰਲ ਸ਼ਬੀਕ ਸਿੰਘ ਦੀ ਮੁਲਾਕਾਤ ਦੀ ਗੱਲ ਛਿੜਦੀ ਹੈ ਤਾਂ ਸਾਡੀ ਮਾਨਸਿਕਤਾ ਦੇ ਵਿੱਚ, ਮੇਰੇ ਨਹੀਂ ਬਲਕਿ ਹਰ ਸਰੋਤੇ ਦੇ, ਪਾਠਕ ਤੇ ਜਾਂ ਦਰਸ਼ਕ ਦੇ ਮਾਨਸਿਕਤਾ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਕੀ ਜਨਰਲ ਸ਼ਬੀਕ ਸਿੰਘ ਆਪਣੇ ਨਾਲ ਹੋਏ ਵਿਤਕਰੇ ਜਾਂ ਵਧੀਕੀ ਦਾ ਬਦਲਾ ਲੈਣ ਲਈ ਸੰਤ ਜਰਨੈਲ ਸਿੰਘ ਦੇ ਸਾਥੀ ਬਣੇ। ਜਿਸ ਤਰ੍ਹਾਂ ਦੇ ਨਾਲ ਜਨਰਲ ਸ਼ਬੀਕ ਸਿੰਘ ਨੂੰ ਫੌਜ ਦੇ ਵਿੱਚੋਂ ਬਰਖਾਸਤ ਕੀਤਾ ਗਿਆ, ਕੋਰਟ ਮਾਰਸ਼ਲ ਕੀਤਾ ਗਿਆ, ਜਾਂ ਕਿ ਬੇਅਦਬ ਤਰੀਕੇ ਦੇ ਨਾਲ ਉਹਨਾਂ ਨੂੰ ਨੌਕਰੀ ਤੋਂ ਲਾਂਭੇ ਕੀਤਾ ਗਿਆ, ਉਹਦੇ ਵਾਸਤੇ ਉਹ ਅਦਾਲਤ ਦੇ ਵਿੱਚ ਵੀ ਗਏ। ਬੇਸ਼ੱਕ ਉਹ ਕੇਸ ਜਿੱਤ ਵੀ ਗਏ, ਪਰ ਜੇਕਰ ਉਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਕੇਸ ਨੂੰ ਜਿੱਤਣਾ ਤੇ ਭਾਰਤੀ ਹਕੂਮਤ ਦੇ ਨਾਲ ਨਿਆਇਕ ਪੱਧਰ ਦੇ ਉੱਪਰ ਹੀ ਲੋਹਾ ਲੈਣਾ ਹੁੰਦਾ ਤਾਂ ਉਹ ਕੇਸ ਜਿੱਤ ਸਕਦੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਆ ਕੇ ਜਨਰਲ ਸ਼ਬੀਕ ਸਿੰਘ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀਆਂ ਰਗਾਂ ਦੇ ਵਿੱਚ ਭਾਈ ਮਹਿਤਾਬ ਸਿੰਘ ਭੰਗੂ ਜਿਹੇ ਯੋਧਿਆਂ ਦਾ ਖੂਨ ਦੌੜ ਰਿਹਾ ਤੇ ਉਹਨਾਂ ਨੂੰ ਸੱਚ ਦੇ ਵਿੱਚ ਇਹ ਅਹਿਸਾਸ ਹੋਇਆ ਕਿ ਉਹ ਸਿੱਖ ਕੌਮ ਦੇ ਲਈ ਕੁਝ ਕਰ ਸਕਦੇ ਨੇ ਤੇ ਵਾਕਈ ਉਹਨਾਂ ਨੇ ਇਸ ਅਹਿਸਾਸ ਨੂੰ ਆਪਣੇ ਨਿੱਜ ਦੇ ਪੱਧਰ ਦੇ ਉੱਤੇ ਜੀਵਿਆ ਹੋਵੇਗਾ, ਤਾਂ ਹੀ ਇੰਨੀ ਵੱਡੀ ਕੁਰਬਾਨੀ ਦੇ ਲਈ ਉਹਨਾਂ ਨੇ ਇਸ ਰਸਤੇ ਦੀ ਪਹਿਚਾਣ ਕਰ ਲਈ ਸੀ। ਘੱਲੂਘਾਰੇ ਦੇ ਦੌਰਾਨ ਜਿਸ ਤਰ੍ਹਾਂ ਨੌਜਵਾਨਾਂ ਨੇ ਜੰਗੀ ਹੁਨਰ ਦਾ ਮੁਜ਼ਾਹਰਾ ਕੀਤਾ ਹੈ, ਉਹਦੇ ਪਿੱਛੇ ਜਨਰਲ ਸ਼ਬੀਕ ਸਿੰਘ ਦੀ ਮਹਾਨ ਰਣਨੀਤੀ ਦਾ ਕਮਾਲ ਸੀ। ਮੈਨੂੰ ਯਾਦ ਹੈ ਕਿ ਉਸ ਸਮੇਂ ਦੇ ਇੱਕ ਚਸ਼ਮਦੀਦ ਗਵਾਹ ਨੇ ਜਿਸ ਵੇਲੇ 2 ਜੂਨ ਨੂੰ ਜਨਰਲ ਸ਼ਬੀਕ ਸਿੰਘ ਹੁਣਾਂ ਨੇ ਉੱਥੇ ਜੂਝਣ ਵਾਲੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਦੇ ਸ਼ਬਦ ਸੀ ਕਿ ਅੱਜ ਤੁਸੀਂ ਤਿਆਰ ਹੋ ਜਾਓ, ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੁਸੀਂ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਦੁਹਰਾਉਣਾ। ਉਹਨਾਂ ਦੀ ਮੋਰਚਾਬੰਦੀ ਦਾ ਤਰੀਕਾ, ਯੁੱਧ ਨੀਤੀ, ਜੇਕਰ ਜੂਨ 84 ਤੇ ਘੱਲੂਘਾਰੇ ਦੇ ਵਿੱਚ ਫੌਜ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਭਾਰਤੀ ਫੌਜ ਦਾ ਇਤਿਹਾਸ ਦੱਸਦਾ ਹੈ ਕਿ ਜਿੰਨਾ ਨੁਕਸਾਨ ਹਿੰਦੁਸਤਾਨ ਦੀ ਫੌਜ ਦਾ ਇਸ ਘੱਲੂਘਾਰੇ ਦੇ ਵਿੱਚ ਹੋਇਆ, ਕਿਸੇ ਵੀ ਹੋਰ ਦੇਸ਼ ਦੇ ਨਾਲ ਲੱਗੀ ਲੜਾਈ ਦੇ ਵਿੱਚ ਇੰਨੀਆਂ ਮੌਤਾਂ ਫੌਜੀਆਂ ਦੀਆਂ ਨਹੀਂ ਹੋਈਆਂ। ਔਰ ਇੰਨੇ ਥੋੜੇ ਹਥਿਆਰਾਂ ਦੇ ਨਾਲ ਜਨਰਲ ਸ਼ਬੀਕ ਸਿੰਘ ਦੀ ਕਮਾਨ ਦੇ ਵਿੱਚ ਜਿਸ ਤਰ੍ਹਾਂ ਇਸ ਲੜਾਈ ਨੂੰ ਲੜਿਆ ਗਿਆ, ਆਪਣੇ ਆਪ ਦੇ ਵਿੱਚ ਮਿਸਾਲ ਸੀ। ਜਦੋਂ ਜਨਰਲ ਇਸਰਾਰ ਖਾਂ ਵਰਗਿਆਂ ਨੂੰ ਇਹ ਗੱਲ ਕਹਿਣਾ ਪਿਆ ਕਿ ਇਵੇਂ ਦੀ ਮੋਰਚਾਬੰਦੀ ਅਜੇ ਤੱਕ ਅਸੀਂ ਜੰਗ ਦੇ ਵਿੱਚ ਨਹੀਂ ਵੇਖੀ, ਜਾਂ ਫਿਰ ਇੱਕ ਫੌਜੀ ਜਰਨੈਲ ਦਾ ਇੱਕ ਕਥਨ ਜਿਹੜਾ ਅਖਬਾਰ ਦੇ ਵਿੱਚ ਛਪਿਆ ਸੀ, ਮੈਨੂੰ ਬਾਰ-ਬਾਰ ਯਾਦ ਆਉਂਦਾ ਹੈ ਕਿ ਸ਼ਬੀਕ ਸਿੰਘ ਦੀ ਕਮਾਂਡ ਤੇ ਇਵੇਂ ਦੇ ਲੜਨ ਵਾਲੇ 300 ਸੂਰਮੇ ਮੇਰੇ ਕੋਲ ਹੋਣ ਤਾਂ ਮੈਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਜਿੱਤਣ ਦੇ ਵਿੱਚ ਕੁਝ ਘੰਟਿਆਂ ਦਾ ਸਮਾਂ ਲਵਾਂਗਾ। ਸੋ ਇਹ ਜਨਰਲ ਸ਼ਬੀਕ ਸਿੰਘ ਦੀ ਯੁੱਧ ਨੀਤੀ ਦਾ ਕਮਾਲ ਸੀ, ਜਿਸ ਨੂੰ ਕਿ ਭਾਰਤੀ ਹਕੂਮਤ ਨੇ ਇੱਕ ਬਹੁਤ ਵੱਡੀ ਯੁੱਧ ਨੀਤੀ ਦੇ ਰੂਪ ਦੇ ਵਿੱਚ ਪ੍ਰਵਾਨ ਵੀ ਕੀਤਾ ਤੇ ਤਸਦੀਕ ਵੀ ਕੀਤਾ। ਧਰਮੀ ਯੁੱਧ ਮੋਰਚਾ ਤੇਜ਼ ਹੁੰਦਾ ਗਿਆ। ਇਸ ਤਰ੍ਹਾਂ ਪੰਜਾਬ ਦੀਆਂ ਜੇਲ੍ਹਾਂ ਗ੍ਰਿਫਤਾਰ ਕੀਤੇ ਗਏ ਸਿੱਖਾਂ ਨਾਲ ਭਰ ਗਈਆਂ। ਭਾਰਤ ਸਰਕਾਰ ਦਬਾਅ 'ਚ ਆ ਗਈ। ਇਹ ਦਬਾਅ ਪੰਜਾਬ ਤੇ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਛਪਦੇ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਨਿਤ ਦਿਨ ਸਪਸ਼ਟ ਦੇਖਿਆ ਜਾ ਸਕਦਾ ਸੀ। ਅਸੀਂ ਜਿਹੜੇ ਲੋਕਲ ਉੱਥੇ ਪੱਤਰਕਾਰ ਸੀਗੇ ਅੰਮ੍ਰਿਤਸਰ ਮੋਰਚੇ ਦੇ ਦੌਰਾਨ ਉੱਥੇ ਕਵਰ ਕਰਦੇ,
82 83 ਤੱਕ ਅਸੀਂ ਕਰਦੇ ਰਹੇ। 84 ਦੇ ਬਿਗਨਿੰਗ ਤੱਕ ਸਾਰੇ ਸੀਗੇ ਬਲੂ ਸਟਾਰ ਤੋਂ ਪਹਿਲਾਂ। ਅਸੀਂ ਸਾਰੇ ਸਭ ਤੋਂ ਪਹਿਲੀ ਵਾਰ ਜਦੋਂ ਅਸੀਂ ਜਨਰਲ ਸ਼ਬੇਗ ਸਿੰਘ ਬਾਰੇ ਸੁਣਿਆ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਉਹਨਾਂ ਦੇ ਜਥੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ। ਜਥਾ ਵੱਡੇ ਜਥੇ ਜਾਂਦੇ ਸੀਗੇ, ਜਿਵੇਂ ਸਭ ਤੋਂ ਪਹਿਲਾ ਜਥਾ ਪ੍ਰਕਾਸ਼ ਸਿੰਘ ਬਾਦਲ ਲੈ ਕੇ ਗਏ ਸੀ ਜਦੋਂ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ, ਤੇ ਥੋੜੇ ਚਿਰ ਮਹੀਨਿਆਂ ਬਾਅਦ ਇੱਕ ਵੱਡਾ ਜਥਾ ਜਿਹੜਾ ਗਿਆ ਸੀ ਉਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸੀ, ਉਹਦੇ ਵਿੱਚ ਇਹ ਸ਼ਾਮਲ ਹੋ ਕੇ ਗਏ। ਉਦੋਂ ਸਾਨੂੰ ਪਤਾ ਲੱਗਿਆ ਵੀ ਇਹ ਜਨਰਲ ਸ਼ਬੇਗ ਸਿੰਘ ਹੈ। ਸਰਕਾਰੀ ਟੀਵੀ, ਦੂਰਦਰਸ਼ਨ ਤੇ ਰੇਡੀਓ ਤੇ ਵੀ ਸਿੱਖਾਂ ਦੇ ਮੋਰਚੇ ਬਾਰੇ ਖਬਰਾਂ ਤੇ ਕੇਂਦਰੀ ਲੀਡਰਾਂ ਦੀਆਂ ਸਿੱਖਾਂ ਬਾਰੇ ਬਿਆਨਬਾਜ਼ੀਆਂ ਰੋਜ਼ਾਨਾ ਦੇਖੀਆਂ ਸੁਣੀਆਂ ਜਾਣ ਲੱਗੀਆਂ। ਭਾਰਤ ਸਰਕਾਰ ਨੇ ਨਰਮ ਹਿਰਦਿਆਂ ਵਾਲੇ ਮੋਰਚੇ ਦੇ ਲੀਡਰਾਂ ਵੱਲ ਟੇਬਲ ਟਾਕ ਦਾ ਸੱਦਾ ਦਿੱਤਾ। ਇੱਕ ਦੇ ਬਾਅਦ ਇੱਕ ਕਈ ਜ਼ਾਹਿਰ ਤੇ ਕਈ ਗੁਪਤ ਮੀਟਿੰਗਾਂ ਹੋਈਆਂ। ਇਹਨਾਂ ਮੀਟਿੰਗਾਂ ਦਾ ਕੋਈ ਚੰਗਾ ਨਤੀਜਾ ਤਾਂ ਨਹੀਂ ਨਿਕਲਿਆ ਤੇ ਨਾ ਇਹ ਨਤੀਜਾ ਨਿਕਲਣਾ ਸੰਭਵ ਸੀ, ਕਿਉਂਕਿ ਭਾਰਤ ਸਰਕਾਰ ਸਿੱਖਾਂ ਦੇ ਮੋਰਚੇ ਤੋਂ ਘਬਰਾਈ ਤਾਂ ਹੋਈ ਸੀ, ਪਰ ਕਾਂਗਰਸ ਪਾਰਟੀ ਇੰਦਰਾ ਗਾਂਧੀ, ਪ੍ਰਣਬ ਮੁਖਰਜੀ ਤੇ ਪੀ ਚਿਦੰਬਰਮ ਦੀ ਅਗਵਾਈ 'ਚ ਪੰਜਾਬ ਨੂੰ ਛੱਡ ਕੇ ਭਾਰਤ ਦੀਆਂ ਬਾਕੀ 530 ਲੋਕ ਸਭਾ ਸੀਟਾਂ ਤੇ ਇਸ ਦਾ ਵੱਡਾ ਰਾਜਨੀਤਿਕ ਲਾਹਾ ਲੈਣ ਦੇ ਰੌਂ ਦੇ ਵਿੱਚ ਸੀ। ਪੂਰੀ ਸਰਕਾਰੀ ਤਾਕਤ ਹੱਥਾਂ 'ਚ ਹੋਣ ਦੇ ਕਾਰਨ ਕੇਂਦਰੀ ਲੀਡਰਾਂ ਨੂੰ ਇਹ ਗੱਲ ਉੱਕਾ ਹੀ ਵਿਸਰ ਗਈ ਕਿ ਉਹ ਇੱਕ ਬਹੁਤ ਵੱਡੀ ਖਤਰਨਾਕ ਖੇਡ ਖੇਡਣ ਵੱਲ ਵਧ ਰਹੇ ਨੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਰਕਾਰੀ ਤੰਤਰ ਨੇ ਬਹੁਤ ਵੱਡਾ ਖਲਨਾਇਕ ਅਤੇ ਹਿੰਦੂਆਂ ਦਾ ਕਾਤਲ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਜਨਰਲ ਸ਼ਬੇਗ ਸਿੰਘ ਨੇ ਸਮਝਣਾ ਸ਼ੁਰੂ ਕਰ ਦਿੱਤਾ। ਪ੍ਰੈਸ ਨੂੰ, ਲੋਕਲ ਪ੍ਰੈਸ ਨਾਲ ਕਦੇ ਕੋਈ ਵਾਰਤਾਲਾਪ ਨਹੀਂ ਸੀ ਹੁੰਦੀ ਖਾਸ। ਕਈ ਵਾਰੀ ਅਸੀਂ ਸੰਤਾਂ ਕੋਲੇ ਬੈਠੇ ਦੇਖ ਲੈਂਦੇ ਹੁੰਦੇ ਸੀ, ਪਰ ਉਹ ਬਾਹਰ ਹੋ ਕੇ ਸਾਡੇ ਨਾਲ ਕਦੇ ਕੋਈ ਬਹੁਤੀ ਵੱਡੀ ਗੱਲਬਾਤ ਨਹੀਂ ਕੀਤੀ। ਇੱਕ ਵਾਰ ਇਹ ਜ਼ਰੂਰ ਹੈ ਵੀ ਤਵਲੀਨ ਸਿੰਘ ਜਾਂ ਹੋਰ ਬਾਹਰ ਆਏ ਪੱਤਰਕਾਰਾਂ ਨਾਲ ਜਿਹੜੇ ਉਹ ਡਿਸਕਸ਼ਨ ਜਾਂ ਕਿਸੇ ਨਾ ਕਿਸੇ ਗੱਲ ਉੱਤੇ ਗੱਲ ਕਰ ਦਿੰਦੇ, ਪਰ ਜ਼ਿਆਦਾ ਨਹੀਂ ਸੀ ਕਰਦੇ। 1970-71 'ਚ ਬੰਗਲਾਦੇਸ਼ ਦੀ ਆਜ਼ਾਦੀ ਲਈ ਗੁਰੀਲਾ ਵਾਰ ਦੀ ਅਗਵਾਈ ਕਰ ਚੁੱਕੇ ਜਨਰਲ ਲਈ ਸੰਤ ਜਰਨੈਲ ਸਿੰਘ ਬਾਰੇ ਸਰਕਾਰੀ ਮੀਡੀਆ ਦਾ ਪ੍ਰਚਾਰ ਚੌਕਸ ਕਰਨ ਵਾਲਾ ਸਿੱਧ ਹੋਇਆ। ਭਾਰਤੀ ਤੰਤਰ ਵੱਲੋਂ ਜਿਹੜੇ ਹੱਥ ਗੰਢੇ ਬੰਗਲਾਦੇਸ਼ ਵੇਲੇ ਵਰਤੇ ਗਏ ਸਨ, ਉਹ ਢੰਗ ਤਰੀਕੇ ਸਿੱਖਾਂ ਲਈ ਵਰਤੇ ਜਾਣੇ ਸ਼ੁਰੂ ਹੋ ਗਏ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਧਰਮ ਯੁੱਧ ਮੋਰਚੇ ਬਾਰੇ ਜਿਹੜਾ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਸੀ, ਉਹ ਇਸ ਗੱਲ ਦਾ ਸੰਕੇਤ ਸੀ ਕਿ ਸਰਕਾਰ ਸਿੱਖਾਂ ਨੂੰ ਕੁਚਲਣ ਲਈ ਤਾਕਤ ਦੀ ਵਰਤੋਂ ਜ਼ਰੂਰ ਕਰੇਗੀ। ਜਿਸ ਵੇਲੇ ਸੰਤ ਜਰਨੈਲ ਸਿੰਘ ਦੇ ਸਲਾਹਕਾਰ ਸਰਕਾਰ ਦੇ ਇਸ ਸਿੱਖ ਵਿਰੋਧੀ ਪ੍ਰਚਾਰ ਨੂੰ ਮਹਿਜ਼ ਕੋਲਡ ਵਾਰ ਵਜੋਂ ਦੇਖ ਰਹੇ ਸਨ, ਤਾਂ ਜਨਰਲ ਸ਼ਬੇਗ ਸਿੰਘ ਇੱਕ ਅਜਿਹੀ ਲੜਾਈ ਦੀ ਵਿਉਂਤਬੰਦੀ 'ਚ ਤਿਆਰੀ ਕਰ ਰਹੇ ਸਨ ਜਿਸ ਨੇ ਆਉਣ ਵਾਲੇ ਸਮੇਂ ਲਈ ਇੱਕ ਬਹੁਤ ਵੱਡੀ ਮਿਸਾਲ ਬਣਨਾ ਸੀ। ਚਲਦੇ ਚਲਦੇ 1 ਜੂਨ ਦਾ ਦਿਨ ਆ ਗਿਆ। 1 ਜੂਨ ਵਾਲੇ ਦਿਨ CRPF ਨੇ ਬਹੁਤ ਗੋਲਾਬਾਰੀ ਕੀਤੀ ਤੇ ਉਹਦੇ ਵਿੱਚ 10-11 ਸਿੰਘ ਨੇ ਜਿਹੜੇ ਉਹ ਸ਼ਹੀਦ ਹੋ ਗਏ, ਕੁਝ ਫੱਟੜ ਹੋ ਗਏ। ਉਦੋਂ ਮੈਂ ਤੇ ਜਰਨੈਲ ਸਾਹਿਬ ਕਾਰ ਰੈਸਟ ਹਾਊਸ ਤੋਂ ਥੱਲੇ ਜਾ ਰਹੇ ਸੀ ਤੇ ਥੱਲੇ ਜਦੋਂ ਅਸੀਂ ਡਿਸਪੈਂਸਰੀ ਦੇ ਕਮਰੇ ਕੋਲ ਗਏ ਤੇ ਕਿਉਂਕਿ ਗਰਮੀ ਬਹੁਤ ਸੀ, 1 ਜੂਨ ਦਾ ਦਿਨ ਸੀ, तो डिस्पेंसरी के कमरे चों इस तरह मतलब लगता सी जिस तरह कोई मीट मार्केट के विचों समैल आउंदी हुंदी है, क्योंकि सिंह सी जिहड़े शहीद होए भी उत्थे पए होए सी, जिहड़े जख्मी सी वो भी उत्थे पए होए सी ते गर्मी बहुत ज़्यादा सी। उन्हां दा कोई मतलब दवा दारू का भी कोई इंतजाम नहीं सी हो रहा। जरनैल साहब ते मैं थल्ले चले गए। थल्ले जाण तो बाद असीं वो कमरा टप के डिस्पेंसरी वाला ते गोली चल रही सी, असीं लंगर वाल नूं गए। लंगर वाल तुरे, मैं थोड़ा जिहा क्विक मतलब थोड़ा जिहा तेज़ चलने की कोशिश की तो मैनू जनरल साहब कहन लगे जो गोली चलती होए ना उदों तेज़ नहीं चलीदा, उदों सगों आहिस्ता चलीदा, क्योंकि जे तेज़ चलोगे तुसीं तो फिर ज़्यादा गोली लगन का सगों डर रहिंदा ते तुसीं आहिस्ता आहिस्ता चलो, डरो ना, गोली नहीं वजदी हुंदी। वो मैनू ना इस तरह समझाउंदे समझाउंदे असीं अगे चले गए। भाजी अमरीक सिंह दे कमरे 'च लंगर के थल्ले वाले पासे उहदा कमरा सी। तो इस तरह साडा 1 जून का जिहड़ा दिन है उस दिन बहुत, वैसे उस दिन 1 जून नूं मेरा ख्याल है जिहड़े जथे जांदे हुंदे धर्म युद्ध मोर्चे वास्ते वो भी गया है ते कुछ सिंह ने जिहड़े जथे दे नाल मिल के वो निकल भी गए, स्केप कर गए उत्थों। कोई कई लोग जिहड़े जाना चाहुंदे सी चले गए जथे नाल। 1 जून 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ CRP ਅਤੇ BSF ਨੇ
ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ, ਹਮਲਾ ਕਰ ਦਿੱਤਾ। 1 ਜੂਨ ਵਾਲੇ ਇਸ ਹਮਲੇ ਦੇ ਵਿੱਚ ਜਿਹੜੀ ਭਾਰਤੀ ਫੌਜ ਆ ਉਹ ਸ਼ਾਮਲ ਨਹੀਂ ਸੀ। ਇਹ ਹਮਲੇ ਦੇ ਤੁਰੰਤ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਤੇ ਇਸ ਵੇਲੇ ਦੌਰਾਨ ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਜਨਰਲ ਸ਼ਬੇਗ ਸਿੰਘ ਦੇ ਨਾਲ ਰਹੇ, ਉਹਨਾਂ ਨੇ ਉਸ ਸਮੇਂ ਦੌਰਾਨ ਉਹਨਾਂ ਦੀ ਸੰਗਤ ਕੀਤੀ। ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ। ਉਹਨਾਂ ਨੇ ਕੈਮਰੇ ਸਾਹਮਣੇ ਆ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਹਮਲੇ ਦੇ 3 ਪਲਾਨ ਸੀਗੇ ਭਾਰਤੀ ਫੌਜ ਦੇ। ਪੜਾਅ ਤਾਂ ਕਈ ਸੀ ਤੇ ਭਾਰਤੀ ਫੌਜ ਦੇ ਜਨਰਲ ਨੇ ਬਾਅਦ ਦੇ ਵਿੱਚ ਦਾਅਵਾ ਵੀ ਕੀਤਾ ਸੀ, ਕੁਲਦੀਪ ਬਰਾੜ ਨੇ, ਕਿ ਉਹਨਾਂ ਦਾ ਪਲਾਨ ਇਹ ਸੀ ਕਿ 2 ਘੰਟਿਆਂ ਦੇ ਵਿੱਚ ਇਹ ਸਾਰੀ ਕਾਰਵਾਈ ਮੁਕੰਮਲ ਕਰ ਲਈ ਜਾਏਗੀ ਤੇ ਸੰਤ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਾਂ ਮਾਰ ਦਿੱਤਾ ਜਾਏਗਾ। ਇਹ 2 ਘੰਟੇ ਦਾ ਉਹਨਾਂ ਦਾ ਐਸਟੀਮੇਟ ਸੀ ਇੱਕ। ਪਰ ਜਿਹੜੇ ਲੋਕਾਂ ਨਾਲ ਮੇਰੀ ਗੱਲਬਾਤ ਹੋਈ, ਜਿਹੜੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਗਏ, ਪਰ ਉਹਨਾਂ ਨੇ ਗੱਲਬਾਤ ਦੱਸੀ, ਉਹਨਾਂ ਦੇ ਹਵਾਲਿਆਂ ਨਾਲ ਮੈਂ ਇਹ ਗੱਲ ਦੱਸ ਰਿਹਾ ਕਿ ਇਸ ਹਮਲੇ ਦੇ 3 ਪਲਾਨ ਸੀ ਭਾਰਤੀ ਫੌਜ ਦੇ। ਪਹਿਲਾ ਪਲਾਨ ਤਾਂ ਇਹ ਸੀ ਕਿ 2 ਘੰਟਿਆਂ ਦੇ ਅੰਦਰ ਅੰਦਰ ਸੰਤ ਜਰਨੈਲ ਸਿੰਘ ਨੂੰ ਫੜਨਾ ਕਿਵੇਂ ਆ। ਉਹਦੇ 'ਚ ਇਹ ਸੀ ਕਿ ਉਹਨਾਂ ਲੋਕਾਂ ਨੇ ਦੱਸਿਆ ਜਿਹੜੇ ਉੱਥੇ ਅੰਦਰ ਸਨ ਕਿ 30-35 ਵਿਅਕਤੀ ਅਜਿਹੇ ਸਨ ਜਿਹੜੇ ਭਾਰਤੀ ਖੁਫੀਆ ਏਜੰਸੀਆਂ ਕੋਲੋਂ ਤਨਖਾਹ ਲੈਂਦੇ ਸਨ ਤੇ ਖੁਫੀਆ ਏਜੰਸੀਆਂ ਦੇ ਇਹ ਬੰਦੇ ਸਨ। ਉਹ ਚੋਲੇ ਪਾਏ ਹੋਏ ਸਨ ਉਹਨਾਂ ਨੇ ਤੇ ਹਥਿਆਰ ਰੱਖੇ ਹੁੰਦੇ ਸਨ ਉਹਨਾਂ ਨੇ, ਤੇ ਉਹ ਜਾਂ ਤਾਂ ਸੰਤ ਜਰਨੈਲ ਸਿੰਘ ਹੋਰਾਂ ਦੇ ਬਹੁਤ ਨੇੜੇ ਸਨ, ਅੰਦਰ ਉਸ ਵੇਲੇ ਵਿਚਰ ਰਹੇ ਸਨ, ਪਰ ਸੰਤ ਜਰਨੈਲ ਸਿੰਘ ਨੂੰ ਇਸ ਬਾਰੇ ਨਹੀਂ ਸੀ ਪਤਾ। ਤੇ ਜਦੋਂ ਹਮਲਾ ਹੋਏਗਾ ਭਾਰਤੀ ਫੌਜ ਦਾ ਤਾਂ ਉਹ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਾਰ ਦੇਣਗੇ ਤੇ ਜਦੋਂ ਇਹ ਖਬਰ ਸਾਰੇ ਪਾਸੇ ਸਾਰੇ ਮੋਰਚਿਆਂ ਦੇ ਵਿੱਚ ਫੈਲੇਗੀ ਤਾਂ ਸਾਰੇ ਜਿਹੜੇ ਸਿੱਖ ਜੁਝਾਰੂ ਨੇ ਉਹ ਆਪਣੇ ਆਪ ਆਤਮ ਸਮਰਪਣ ਕਰ ਦੇਣਗੇ। ਇਹ ਜਿਹੜੀ 2 ਘੰਟੇ ਦੀ ਗੱਲ ਸੀ, ਉਹਦਾ ਪਹਿਲਾ ਪਲਾਨ ਇਹ ਸੀ। ਦੂਜਾ ਪਲਾਨ ਭਾਰਤੀ ਫੌਜ ਦਾ ਇਹ ਸੀ, ਉੱਥੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੌੜਨ ਲਈ ਰਾਹ ਦਿੱਤਾ ਜਾਵੇ ਤੇ ਉਹਨਾਂ ਨੂੰ ਦੌੜੇ ਜਾਂਦਿਆਂ ਨੂੰ ਕਿਸੇ ਗਲੀ ਦੇ ਵਿੱਚ ਗੋਲੀ ਮਾਰੀ ਜਾਵੇ ਤੇ ਮੀਡੀਆ ਦੇ ਵਿੱਚ ਇਹ ਪ੍ਰਚਾਰ ਕੀਤਾ ਜਾਵੇ ਕਿ ਸਿੱਖੋ ਆਹ ਦੇਖੋ ਤੁਹਾਡਾ ਜਰਨੈਲ ਅਸੀਂ ਦੌੜਦਾ ਹੋਇਆ ਮਾਰ ਦਿੱਤਾ। ਇਹ ਬੀ ਪਲਾਨ ਸੀ ਭਾਰਤੀ ਫੌਜ ਦਾ। ਤੇ ਇੱਕ ਹੋਰ ਪਲਾਨ ਸੀ, ਸੀ ਪਲਾਨ ਸੀ। ਸੀ ਪਲਾਨ ਇਹ ਸੀ ਕਿ ਜੇਕਰ ਲੜਾਈ ਥੋੜੀ ਲੰਮੀ ਹੁੰਦੀ ਹੈ ਤਾਂ ਅਕਾਲ ਤਖਤ ਦਾ ਅਗਲਾ ਹਿੱਸਾ ਢਾਹ ਕੇ ਤਾਂ ਉਸ ਰਸਤਿਓਂ ਜ਼ਹਿਰੀਲੀਆਂ ਗੈਸਾਂ ਰਾਹੀਂ ਜਿਹੜਾ ਤਹਿਖਾਨਾ ਜਿੱਥੇ ਜਰਨੈਲ ਸਿੰਘ ਲੜਾਈ ਲੜ ਰਹੇ ਸਨ ਉੱਥੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਜਾਂ ਉਹਨਾਂ ਨੂੰ ਬੇਹੋਸ਼ ਕਰਕੇ ਪਕੜ ਲਿਆ ਜਾਵੇ ਤੇ ਉਹਨਾਂ ਨੂੰ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕੀਤਾ ਜਾਵੇ ਕਿ ਆਹ ਦੇਖੋ ਤੁਹਾਡਾ ਜਿਹੜਾ ਜਰਨੈਲ ਹੈ ਉਹ ਅਸੀਂ ਭੌਰੇ ਦੇ ਵਿੱਚ ਲੁਕਿਆ ਹੋਇਆ ਜਾਂ ਤਹਿਖਾਨੇ ਦੇ ਵਿੱਚ ਲੁਕਿਆ ਹੋਇਆ ਫੜਿਆ ਜਾਂ ਮਾਰ ਦਿੱਤਾ। ਤੇ ਇਸ ਤਰ੍ਹਾਂ ਦਾ ਉਹਨਾਂ ਦਾ ਪਲਾਨ ਸੀ ਭਾਰਤੀ ਫੌਜ ਦਾ। ਪਰ ਭਾਰਤੀ ਫੌਜ ਦੇ ਇਹ ਸਾਰੇ ਪਲਾਨ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਪਲਾਨ ਬਣਾਏ ਹੋਣਗੇ, ਉਹ ਸਾਰੇ ਪਲਾਨ ਫੇਲ ਹੋ ਗਏ ਜਦੋਂ ਸੰਤ ਜਰਨੈਲ ਸਿੰਘ, ਖੈਰ ਹੋ ਸਕਦਾ ਉਹਨਾਂ ਦਾ ਆਪਣਾ ਵੀ ਤੰਤਰ ਹੋਵੇ, ਆਪਣੀ ਵੀ ਖੁਫੀਆ ਏਜੰਸੀ ਹੋਵੇ ਸੰਤ ਜਰਨੈਲ ਸਿੰਘ ਹੋਰਾਂ ਦੀ ਤੇ ਜਾਂ ਜਨਰਲ ਸ਼ਬੇਗ ਸਿੰਘ ਹੋਰਾਂ ਦੀ, ਕਿਉਂਕਿ ਉਹ ਫੌਜ ਦੇ ਕੰਮਾਂ ਤੋਂ ਵਾਕਿਫ ਸਨ ਚੰਗੀ ਤਰ੍ਹਾਂ। ਸੋ ਜਦੋਂ ਉਹਨਾਂ ਨੂੰ ਸ਼ਾਇਦ ਪਤਾ ਲੱਗਿਆ ਹੋਵੇਗਾ ਤਾਂ ਸੰਤ ਜਰਨੈਲ ਸਿੰਘ ਹੋਰਾਂ ਨੇ ਅਕਾਲ ਤਖਤ ਸਾਹਿਬ ਉੱਤੇ ਇੱਕ ਮੀਟਿੰਗ ਬੁਲਾਈ ਜਿਸ ਦੇ ਵਿੱਚ ਜਨਰਲ ਸ਼ਬੇਗ ਸਿੰਘ ਵੀ ਮੌਜੂਦ ਸਨ ਤੇ ਉਸ ਮੀਟਿੰਗ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਇੱਕ ਕਾਫੀ ਜਜ਼ਬਾਤੀ ਤੇ ਭਾਵਪੂਰਤ ਭਾਸ਼ਣ ਦਿੱਤਾ ਸਾਰੇ ਉੱਥੇ ਆਪਣੇ ਲੜਨ ਵਾਲਿਆਂ ਨੂੰ ਇਕੱਠੇ ਕਰਕੇ। ਹੋ ਸਕਦਾ ਉਹਦੇ 'ਚ ਜਿਹੜੇ 32-35 ਲੋਕਾਂ ਦੀ ਅਸੀਂ ਗੱਲ ਕੀਤੀ ਹੈ ਕਿ ਸਰਕਾਰ ਕੋਲੋਂ ਤਨਖਾਹ ਲੈਂਦੇ ਸਨ, ਉਹਨਾਂ ਉੱਤੇ ਵੀ ਉਸ ਭਾਸ਼ਣ ਦਾ ਅਸਰ ਹੋਇਆ ਹੋਵੇ। ਤੇ ਉਹ ਚਸ਼ਮਦੀਦਾਂ ਨੇ ਦੱਸਿਆ ਕਿ ਉਹਨਾਂ ਦੇ ਵਿੱਚ ਉਹਨਾਂ 'ਚੋਂ ਤਨਖਾਹ ਲੈਣ ਵਾਲਿਆਂ 'ਚੋਂ ਇੱਕ ਬੰਦੇ ਨਾਲ ਸਾਡੀ ਗੱਲਬਾਤ ਹੋਈ, ਜਿਉਂਦਾ ਉਹ। ਉਹਨਾਂ ਨੇ ਦੱਸਿਆ ਕਿ ਉਹ ਸਾਰੇ ਜਿਹੜੇ ਲੋਕ ਸਨ ਤਨਖਾਹਾਂ ਲੈਣ ਵਾਲੇ, ਉਹਨਾਂ ਨੇ ਬਹੁਤ ਬਹਾਦਰੀ ਨਾਲ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਜਨਰਲ ਸ਼ਬੇਗ ਸਿੰਘ ਨੇ ਵੀ ਇਹ ਨਿਸ਼ਚਾ ਕੀਤਾ ਹੋਇਆ ਸੀ ਕਿ ਉਹ ਕੌਮੀ ਕਾਰਜ ਲਈ ਆਖਰੀ ਦਮ ਤੱਕ ਲੜਨਗੇ ਤੇ ਧਰਮ ਯੁੱਧ ਨੂੰ ਪਿੱਠ ਦਿਖਾ ਕੇ ਫੌਜ ਅੱਗੇ ਗੋਡੇ ਨਹੀਂ ਟੇਕਣਗੇ। ਜਿਸ ਵੇਲੇ 5 ਜੂਨ ਦੀ ਸ਼ਾਮ ਨੂੰ ਉਹ ਆਪਣੇ ਮੋਰਚਿਆਂ ਦੀ ਦੇਖ-ਰੇਖ ਕਰ ਰਹੇ ਸਨ ਤਾਂ ਜ਼ਬਰਦਸਤ ਫੌਜੀ ਗੋਲੀਬਾਰੀ 'ਚ ਉਹ ਜ਼ਖਮੀ ਹੋ ਗਏ ਤੇ ਕੁਝ ਸਿੰਘ ਉਹਨਾਂ ਨੂੰ ਚੁੱਕ ਕੇ ਤਹਿਖਾਨੇ 'ਚ ਸੰਤ ਜਰਨੈਲ ਸਿੰਘ ਕੋਲ ਲੈ ਗਏ ਜਿੱਥੇ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ। ਇਸ ਤਰ੍ਹਾਂ ਜਨਰਲ ਸ਼ਬੇਗ ਸਿੰਘ ਨੇ ਅਕਾਲ ਤਖਤ ਤੇ ਗੁਰੂ ਅੱਗੇ ਕੀਤੀ ਅਰਦਾਸ ਪੂਰੀ ਕਰ ਦਿਖਾਈ। ਜਨਰਲ ਸ਼ਬੇਗ ਸਿੰਘ ਉਹਨਾਂ ਦੀ ਸ਼ਹਾਦਤ ਚਸ਼ਮਦੀਦ ਗਵਾਹਾਂ ਦੇ ਮੁਤਾਬਕ 5 ਤਰੀਕ ਦੀ ਅੱਧੀ ਕੁ ਰਾਤ ਦੇ ਕਰੀਬ ਜੇਕਰ ਫੌਜੀਆਂ ਦੀ ਜ਼ਬਾਨ ਦੇ ਵਿੱਚ ਵੇਖੀਏ ਤੇ ਅਕਾਲ ਤਖਤ ਸਾਹਿਬ, ਨਿਸ਼ਾਨ ਸਾਹਿਬ ਦੀ ਬਾਹੀ ਤੇ ਲਾਲ ਬਿਲਡਿੰਗ, ਇਸ ਦੇ ਵਿਚਕਾਰਲੇ ਇਲਾਕੇ ਨੂੰ
ਆਪਰੇਸ਼ਨ ਬਲੂ ਸਟਾਰ ਏ ਟਰੂ ਸਟੋਰੀ ਦੇ ਵਿੱਚ ਜਨਰਲ ਬਰਾੜ ਕਿਲਿੰਗ ਗਰਾਊਂਡ ਲਿਖਦਾ ਹੈ। ਉਸ ਕਿਲਿੰਗ ਗਰਾਊਂਡ ਦੀ ਲਾਲ ਬਿਲਡਿੰਗ ਵਾਲੀ ਇਮਾਰਤ ਦੇ ਉੱਪਰ ਜਨਰਲ ਸਾਹਿਬ ਉਸ ਵੇਲੇ ਲੜ ਰਹੇ ਜੁਝਾਰੂਆਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਸੀ ਕਿ ਇੱਕ ਮਸ਼ੀਨ ਗਨ 7.62 ਦਾ ਬਰਸਟ ਆ ਕੇ ਉਹਨਾਂ ਦੇ ਖੱਬੇ ਪਾਸੇ ਲੱਗਾ। ਤੇ ਇਸ ਦੇ ਪਿੱਛੋਂ ਫਿਰ ਜਦੋਂ ਸ਼ਹੀਦੀ ਵੀ ਉਹਨਾਂ ਦੀ ਕਿਹਾ ਜਾਂਦਾ ਜਨਰਲ ਸ਼ਬੇਗ ਸਿੰਘ ਦੀ ਵੀ ਇੱਕ ਦਿਨ ਸੰਤਾਂ ਤੋਂ ਪਹਿਲਾਂ ਹੋ ਗਈ ਸੀ। ਉਹਨਾਂ ਨੂੰ ਜ਼ਖਮੀ ਹੋਈ ਹਾਲਤ ਦੇ ਵਿੱਚ ਥੱਲੇ ਬੇਸਮੈਂਟ 'ਚ ਲੈ ਗਏ ਸੀ ਜਿੱਥੇ ਸੰਤ ਸੀਗੇ, ਤੇ ਉਹ ਸੰਤਾਂ ਦੇ ਸਾਹਮਣੇ ਉਹਨਾਂ ਨੇ ਪ੍ਰਾਣ ਤਿਆਗੇ ਆ। ਤੇ ਫਿਰ ਕਹਿੰਦੇ ਵੀ ਉੱਤੇ ਇੱਕ ਚਾਦਰ ਦੇ ਦਿੱਤੀ ਗਈ ਸੀ, ਉੱਥੇ ਉਹਨਾਂ ਦੀ ਬੋਡੀ ਪਈ ਸੀ। ਕੁਝ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਸਰਦਾਰ ਹਰਚਰਨ ਸਿੰਘ ਤੇ ਕੁਝ ਦੇ ਮੁਤਾਬਕ ਭਾਈ ਕਾਬਲ ਸਿੰਘ ਉਹਨਾਂ ਨੂੰ ਸਹਾਰਾ ਦੇ ਕੇ ਸੰਤ ਜਰਨੈਲ ਸਿੰਘ ਦੇ ਕੋਲ ਲੈ ਕੇ ਆਏ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ ਦੇ ਵਿੱਚ। ਹੱਥ ਦੇ ਵਿੱਚ ਸਟੇਨ ਗਨ ਫੜੀ ਹੋਈ ਸੀ, ਜ਼ਖਮੀ ਸੀ, ਖੂਨ ਵਹਿ ਰਿਹਾ ਸੀ। ਤੇ ਉਸ ਵੇਲੇ ਸੰਤ ਜਰਨੈਲ ਸਿੰਘ ਨੂੰ ਆ ਕੇ ਉਹ ਕਹਿੰਦੇ ਨੇ, ਸੰਤ ਜੀ ਅਰਦਾਸ ਕਰਿਓ ਤੋੜ ਨਿਭ ਜਾਵੇ। ਮੈਂ ਜਦੋਂ ਇਹ ਸਾਰੇ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਬਖਤਾਰ ਸਿੰਘ ਹੁਣਾਂ ਨੂੰ ਇਹ ਸਵਾਲ ਕੀਤਾ ਸੀ ਤਾਂ ਕਹਿੰਦੇ ਸੀ ਕਿ ਸੰਤ ਜਰਨੈਲ ਸਿੰਘ ਦੇ ਬੜੇ ਭਾਵਪੂਰਕ ਬੋਲ ਸੀ, ਜਰਨੈਲ ਜੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਦੀ ਰਾਖੀ ਕਰਦੇ ਆ। ਇੰਨੀ ਵੱਡੀ ਸ਼ਹਾਦਤ ਦਾ ਜਾਮ ਪੀਣ ਲੱਗੇ ਹੋ, ਮੇਰੇ ਵਰਗੇ ਸਾਧ ਦੀ ਅਰਦਾਸ ਦੀ ਕੀ ਲੋੜ ਹੈ। ਫੌਜੀ ਕਾਰਵਾਈ ਤੋਂ ਬਾਅਦ ਭਾਰਤੀ ਫੌਜ ਦੇ ਮੁਖੀ ਤੇ ਕਾਰਵਾਈ 'ਚ ਹਿੱਸਾ ਲੈਣ ਵਾਲੇ ਅਫਸਰਾਂ ਨੇ ਜਨਰਲ ਸ਼ਬੇਗ ਸਿੰਘ ਦੀ ਯੁੱਧ ਨੀਤੀ ਦਾ ਖਾਸ ਜ਼ਿਕਰ ਕੀਤਾ। ਦਰਬਾਰ ਸਾਹਿਬ ਕੰਪਲੈਕਸ 'ਚ ਕੀਤੀ ਗਈ ਮੋਰਚੇਬੰਦੀ ਨੂੰ ਜਨਰਲ ਸ਼ਬੇਗ ਸਿੰਘ ਦੇ ਨਾਮ ਲਾਇਆ ਗਿਆ ਤੇ ਉਹ ਲੜਾਈ ਨੂੰ ਜਨਰਲ ਸ਼ਬੇਗ ਸਿੰਘ ਦੇ ਨਾਮ ਤੋਂ ਹੀ ਜਾਣਿਆ ਜਾਏਗਾ। ਤੇ ਜਨਰਲ ਸ਼ਬੇਗ ਸਿੰਘ ਦੇ ਨਾਮ ਤੋਂ ਬਿਨਾਂ ਸ਼ਾਇਦ ਦਰਬਾਰ ਸਾਹਿਬ ਤੇ ਜਿਹੜਾ ਭਾਰਤੀ ਫੌਜ ਨੇ ਹਮਲਾ ਕੀਤਾ, ਜਿਹੜੀ ਉੱਥੇ ਲੜਾਈ ਹੋਈ, ਜਨਰਲ ਸ਼ਬੇਗ ਸਿੰਘ ਦੇ ਨਾਮ ਤੋਂ ਬਿਨਾਂ ਉਹਦਾ ਜ਼ਿਕਰ ਹੈ ਜਿਹੜਾ ਉਹ ਅਧੂਰਾ ਰਹੇਗਾ। ਸ਼ਬੇਗ ਸਿੰਘ ਕਹਿੰਦੇ ਸੀ ਵੀ ਜਦੋਂ ਗੋਲੀ ਵੱਜਣੀ ਹੋਈ ਉਦੋਂ ਵੱਜੇਗੀ ਤੇ ਪਰਵਾਹ ਨਾ ਕਰ, ਜਦੋਂ ਮਰਨਾ ਹੋਇਆ ਉਦੋਂ ਆਪਾਂ ਬਚ ਨਹੀਂ ਸਕਦੇ। ਤੇ ਮੋਰਚੇ ਵਾਰੀ-ਵਾਰੀ ਬਦਲਦੇ ਸੀ, ਮੋਰਚਿਆਂ ਤੇ ਥਾਂ ਥਾਂ ਚੱਕਰ ਲਾਉਂਦੇ ਸੀ ਤੇ ਆਪ ਹਥਿਆਰ ਲੈ ਕੇ ਲੜਾਈ ਕਰਦੇ ਸੀ, ਜਿਹਦੇ ਵਿੱਚ ਉਹ ਜ਼ਖਮੀ ਹੋਏ। ਲੜਦੇ ਰਹੇ ਆ ਸਾਰੇ ਅੰਦਰ, ਉਹਨਾਂ ਨੇ ਪੂਰੀ ਲੜਾਈ ਦਰਬਾਰ ਸਾਹਿਬ ਦੇ ਅੰਦਰ ਖੁਦ ਵੀ ਕੀਤੀ ਹੈ। ਇਹ ਸ਼ਹਾਦਤ ਇਹਨਾਂ ਦੀ ਕਿਹੜੀ ਤਰੀਕ ਨੂੰ ਹੁੰਦੀ ਹੈ? 5 ਰਾਤ ਨੂੰ 5 ਜੂਨ ਰਾਤ 6 ਨੂੰ 6 ਦੇ ਸਵੇਰੇ 6 ਦੇ ਸਵੇਰੇ। ਹਾਂ 6 ਜੂਨ ਦੇ ਸਵੇਰੇ। ਹਾਂ ਤੜਕੇ ਜਾਏ ਮੁੜ ਕੇ ਸੰਤਾਂ ਦੀ ਵੀ ਹੋ ਜਾਂਦੀ। ਠੀਕ ਹੈ। ਅੱਛਾ ਥੋੜੇ ਕੋਈ 5-10 ਦਿਨ ਦਾ ਕੋਈ ਇੰਜਰਡ ਤੇ ਹੋ ਗਿਆ ਸੀ, ਅੰਦਰ ਲੈ ਗਿਆ ਸੀ। ਅੱਛਾ ਠੀਕ ਹੈ। ਉਹ ਜਦੋਂ 3 ਤਰੀਕ ਨੂੰ ਐਂਟਰ ਨਹੀਂ ਹੋਈ ਤੇ ਸਵੇਰੇ ਜਰਨੈਲ ਸਾਹਿਬ ਮੇਰੇ ਕੋਲ ਇਸ਼ਨਾਨ ਕਰਕੇ ਤੇ ਜਨਰਲ ਪ੍ਰੋਫੈਸਰ ਧਾਲੀਵਾਲ ਇਹ ਦੋਵੇਂ ਪਾਲਕੀ ਸਾਹਿਬ ਦੇ ਨਾਲ ਚਲੇ ਗਏ ਅੰਦਰ। ਜਦੋਂ ਹੁਕਮਨਾਮਾ ਲੈ ਕੇ ਬਾਹਰ ਆ ਰਹੇ ਸੀ, ਜਦੋਂ ਦਰਸ਼ਨ ਡਿਊਟੀ ਕਰਾਏ ਨੇ, ਮੇਰਾ ਖਿਆਲ 4:40 ਦਾ ਟਾਈਮ ਹੋਣਾ ਉਦੋਂ ਜਦੋਂ ਇਹ ਬਾਹਰ ਨਿਕਲੇ ਨੇ, ਉਦੋਂ ਮਤਲਬ ਮਿਲਟਰੀ ਨੇ ਪਹਿਲਾ ਰੋਕਟ ਲਾਂਚਰ ਫਾਇਰ ਕੀਤਾ ਅਕਾਲ ਤਖਤ ਤੇ। ਅਸੀਂ ਅਜੇ ਉੱਥੇ ਹੀ ਸਨ। ਮਹਿਤਾ ਚਾਵਲਾ ਦੋਵੇਂ ਇਹ ਇੱਧਰ ਅਕਾਲ ਰੈਸਟ ਹਾਊਸ ਵੱਲ ਆ ਗਏ ਸੀ। ਇਹਨਾਂ ਦੇ ਇੱਥੇ ਫੈਮਿਲੀ ਵਗੈਰਾ ਵੀ ਇੱਥੇ ਰਹਿੰਦੀ ਸੀ ਮਹਿਤੇ ਦੀ। ਤੇ ਅਸੀਂ ਮੈਂ ਤੇ ਧਾਲੀਵਾਲ ਤੇ ਜਨਰਲ ਸਾਹਿਬ ਅਸੀਂ ਉੱਥੇ ਹੀ ਰਹੇ। ਸੈਦਪੁਰ ਵੀ ਮੇਰੇ ਨਾਲ ਹੀ ਸੀ। ਤੋ ਉਦੋਂ ਫਿਰ ਜਦੋਂ ਪਹਿਲਾ ਰੋਕਟ ਲਾਂਚਰ ਦਾ ਫਾਇਰ ਹੋਇਆ, ਸਾਨੂੰ ਤਾਂ ਤਜਰਬਾ ਨਹੀਂ ਸੀ, ਜਰਨੈਲ ਸਾਹਿਬ ਨੂੰ ਤਜਰਬਾ ਸੀ, ਉਹਨਾਂ ਲੜਾਈਆਂ ਵੇਖੀਆਂ ਹੋਈਆਂ ਸੀ। ਤੋ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਬਿਜਲੀ ਕੜਕਦੀ ਹੈ ਨਾ, ਬਹੁਤ ਜ਼ਿਆਦਾ ਖੜਾਕ ਹੋਇਆ ਇਸ ਤਰ੍ਹਾਂ ਦਾ, ਲਾਈਟ ਵੀ ਬਹੁਤ ਜ਼ਿਆਦਾ ਨਿਕਲੀ। ਤੇ ਉਹ ਇੱਕਦਮ ਅਸੀਂ ਜਿਸ ਸਕੇਅਰਡ ਜਿਹਾ ਫੀਲ ਕੀਤਾ ਤੇ ਮੈਂ ਉੱਥੋਂ ਜਿਹੜਾ ਤੇਜ਼ ਚੱਲ ਕੇ ਅੱਗੇ ਨੂੰ ਜਾਣ ਲੱਗਾ ਤੇ ਉਹਨੇ ਜਿਹਨੂੰ ਜਰਨੈਲ ਸਾਹਿਬ ਪਿੱਛੋਂ ਆ ਕੇ ਦਰਸ਼ਨ ਡਿਊਟੀ ਵੱਲੋਂ ਮਹਿੰਦਰ ਸਿੰਘ ਧਾਲੀਵਾਲ ਹੀ ਆ ਗਿਆ। ਤੇ ਜਰਨੈਲ ਸਾਹਿਬ ਨੇ ਮੈਨੂੰ ਬਾਹੋਂ ਫੜ ਲਿਆ, ਕਹਿਣ ਲੱਗਾ, ਆਓ ਡਾਕਟਰ ਸਾਹਿਬ ਤੁਸੀਂ ਕਦੇ ਲੜਾਈ ਨਹੀਂ ਵੇਖੀ, ਆਓ ਤੁਹਾਨੂੰ ਅੱਜ ਲੜਾਈ ਵਿਖਾਉਣੇ। ਤਾਂ ਮੈਨੂੰ ਲੈ ਕੇ ਤੇ ਅਸੀਂ ਪਰਿਕਰਮਾ ਕੋਲ ਆ ਗਏ। ਪਰਿਕਰਮਾ ਦੇ ਕੋਲੋਂ ਆ ਕੇ ਜਿੱਥੇ ਥੜਾ ਸਾਹਿਬ ਗੁਰਦੁਆਰਾ ਹੈ, ਥੜਾ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਭੀੜੀ ਦੀ ਗਲੀ ਹੁੰਦੀ ਸੀ, ਉਸ ਗਲੀ ਦੇ ਵਿੱਚ ਅਸੀਂ ਦੋਵੇਂ ਜਣੇ ਚਲੇ ਗਏ, ਮੈਂ ਤੇ ਜਰਨੈਲ ਸਾਹਿਬ। ਉੱਥੇ ਨਾ ਇੱਕ ਪੁਰਾਣਾ ਜਿਹਾ ਘਰ ਸੀ ਤੇ ਉਹਨੂੰ ਜੰਦਰਾ ਵੱਜਿਆ ਹੋਇਆ ਸੀ ਬਾਹਰੋਂ, ਪਰ ਉਹ ਦੋਵੇਂ ਪਾਸੇ ਨਾ ਉਹ ਸੀਮੈਂਟ ਦੀਆਂ ਕੁਰਸੀਆਂ ਜਿਹੀਆਂ ਉੱਚੀਆਂ ਉੱਚੀਆਂ ਬਣੀਆਂ ਹੋਈਆਂ ਸੀ। ਉਹ ਇੱਕ ਪਾਸੇ ਜਰਨੈਲ ਸਾਹਿਬ ਬਹਿ ਗਏ, ਇੱਕ ਪਾਸੇ ਮੈਂ ਬਹਿ ਗਿਆ ਤੇ ਅਸੀਂ ਉੱਥੇ ਬਹਿ ਕੇ ਗੱਲਾਂ ਕਰਨ ਲੱਗ ਗਏ। ਉਹ ਛੋਟੀ ਜਿਹੀ ਗਲੀ ਸੀ ਜਿਹੜੀ, ਉਹਦੇ ਵਿੱਚੋਂ ਕਹਿਣ ਲੱਗੇ ਵੀ ਜੇ ਇੱਥੋਂ 1000 ਵੀ ਫੌਜ ਦੇ ਬੰਦੇ ਆ ਜਾਣ ਤੇ ਮੈਂ ਇਕੱਲਾ ਹੀ ਇੱਥੇ 1000 ਬੰਦਿਆਂ ਨੂੰ ਰੋਕ ਸਕਦਾ। ਇੱਕ ਉਹਨਾਂ ਕੋਲ ਸਟੇਨ ਗਨ ਸੀ, ਇੱਕ ਉਹਨਾਂ ਕੋਲ 36 ਗ੍ਰਨੇਡ ਸੀ। ਮੈਂ ਕਿਹਾ ਜੀ ਤੁਸੀਂ ਕਿਵੇਂ ਰੋਕੋਗੇ? ਕਹਿਣ ਲੱਗਾ ਇਹ ਮੈਨੂੰ ਫੌਜ ਵਾਲਿਆਂ ਦੀ ਸਾਈਕੋਲੋਜੀ ਦਾ ਪਤਾ ਹੈ, ਮੈਂ ਸਟੇਨ ਗਨ ਨਾਲ ਫਾਇਰ ਕਰਾਂਗਾ, ਉਹਨਾਂ ਦੇ 1-2 ਬੰਦੇ ਡਿੱਗ ਪੈਣਗੇ ਤੇ ਬਾਕੀ ਸਾਰੇ ਪਿੱਛੇ ਭੱਜ ਜਾਣਗੇ। ਮੈਨੂੰ ਉਹਨਾਂ ਦੀ ਸਾਈਕੋਲੋਜੀ ਦਾ ਪਤਾ, ਇਸ ਵਾਸਤੇ ਡਰਨ ਦੀ ਕੋਈ ਲੋੜ ਨਹੀਂ। ਇਹਨਾਂ ਨੂੰ ਫੌਜੀਆਂ ਨੇ ਕਿੱਥੇ ਲੜਨਾ, ਇਹ ਨਹੀਂ ਲੜ ਸਕਦੇ।
ਤੋ ਅਸੀਂ ਉੱਥੇ ਬੈਠੇ ਇਹ ਗੱਲਾਂ ਕਰਦੇ ਰਹੇ। ਫਿਰ ਉਹ ਗੱਲਾਂ ਕਰਦੇ ਕਰਦੇ ਅਸੀਂ ਫਿਰ ਅਕਾਲ ਤਖਤ ਦੇ ਸਾਹਮਣੇ ਆ ਗਏ ਦੋਵੇਂ। ਜਨਰਲ ਸ਼ਬੇਗ ਸਿੰਘ ਦਾ ਉਹ ਰਾਹ ਚੁਣਨਾ ਉਸ ਦੇ ਉਸ ਅਣਖੀਲੇ ਸਿਖਰ ਨੂੰ ਬਿਆਨ ਕਰਦਾ ਹੈ, ਉਸ ਦੀ ਸੂਰਤ ਨੂੰ ਬਿਆਨ ਕਰਦਾ, ਉਸ ਦੀ ਸੂਰਤ ਦੇ ਜਲਾਲ ਨੂੰ ਬਿਆਨ ਕਰਦਾ ਹੈ ਕਿ ਉਸ ਦਾ ਨਿਸ਼ਾਨਾ ਇਹ ਨਹੀਂ ਸੀ ਕਿ ਜੇਕਰ ਮੇਰੀ ਇੰਨੀ ਵੱਡੀ ਸੇਵਾ ਤੋਂ ਬਾਅਦ ਮੈਨੂੰ ਬੇਇੱਜ਼ਤ ਕਰਕੇ ਫੌਜ ਤੋਂ ਕੱਢਿਆ ਗਿਆ ਤੇ ਮੈਂ ਕੇਸ ਜਿੱਤ ਲਵਾਂ, ਬਲਕਿ ਨਿਸ਼ਾਨਾ ਇਹ ਸੀ ਕਿ ਜਿਸ ਹਕੂਮਤ ਦੇ ਵਾਸਤੇ ਮੈਂ ਦੁਸ਼ਮਣ ਨੂੰ ਲੋਹੇ ਦੇ ਚਣੇ ਚੜਾਏ ਸੀ, ਅੱਜ ਜੇ ਮੇਰੀ ਕੌਮ ਦੀ ਅਣਖ ਦੇ ਉੱਪਰ ਆਈ ਹੈ ਤੇ ਮੈਂ ਉਸੇ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਦੀ ਸਮਰੱਥਾ ਰੱਖਦਾ। ਦਰਬਾਰ ਸਾਹਿਬ 'ਚ ਹੋਈ ਲੜਾਈ ਬਾਰੇ ਜਨਰਲ ਸ਼ਬੇਗ ਸਿੰਘ ਦਾ ਨਾਮ ਵਾਰ-ਵਾਰ ਸਾਡੇ ਸਾਹਮਣੇ ਇਸ ਕਰਕੇ ਆਏਗਾ ਕਿਉਂਕਿ ਇਹਦੇ 'ਚ ਵੱਡੀ ਗੱਲ ਇਹ ਸੀ ਕਿ ਇੱਕ ਤਾਕਤਵਰ ਮੁਲਕ ਦੀ ਲੜਾਈ 'ਚ ਨਿਪੁੰਨ ਫੌਜ ਦੇ ਸਾਹਮਣੇ ਅਣਸਿੱਖਿਅਤ ਅਤੇ ਖੇਤੀਬਾੜੀ ਕਰਨ ਵਾਲੇ ਮੁੰਡਿਆਂ ਜਾਂ ਪਾਠ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਕੁਝ ਦਿਨਾਂ 'ਚ ਹੀ ਜੰਗ ਲਈ ਤਿਆਰ ਕਰਨਾ ਇਹ ਇੱਕ ਨਾਮੁਮਕਿਨ ਕੰਮ ਸੀ। ਗੱਲ ਜਿਹੜੀ ਇਨਸੀਡੈਂਟ ਸ਼ਬੇਗ ਸਿੰਘ ਨਾਲ ਜੁੜਦਾ ਹੈ ਉਹ ਇਹ ਹੈ ਵੀ ਇੱਕ ਵਾਰ ਅਸੀਂ ਪ੍ਰੈਸ ਵਾਲੇ ਸੰਤ ਭਿੰਡਰਾਂ ਵਾਲੇ ਲੰਗਰ ਹਾਲ ਉੱਤੇ ਉਹਨਾਂ ਦਿਨਾਂ ਵਿੱਚ ਦਿਨ ਵੇਲੇ ਕਾਫੀ ਲੰਬਾ ਬੈਠਦੇ ਸੀ ਤੇ ਬਹੁਤ ਲੋਕ ਇਕੱਠੇ ਹੋ ਜਾਂਦੇ ਸੀ। ਅਸੀਂ ਉੱਥੇ ਪ੍ਰੈਸ ਵਾਲੇ ਜਾ ਕੇ ਮਿਲਦੇ। ਇੱਕ ਦਿਨ ਅਸੀਂ ਜਾ ਕੇ ਮਿਲੇ ਤਾਂ ਨਾਲ ਜਨਰਲ ਬੈਠੇ ਸੀ, ਕਾਫੀ ਆਏ, ਬ੍ਰਿਗੇਡੀਅਰ ਮਿੰਦਰ ਸਿੰਘ ਤੇ ਉਹਦੇ ਨਾਲ ਹੋਰ ਜਿਹੜੇ ਰਿਟਾਇਰਡ ਜਨਰਲ। ਉਹ ਜਦੋਂ ਸੰਤ ਥੱਲੇ ਆਉਣ ਲੱਗੇ ਲੰਗਰ ਬਿਲਡਿੰਗ ਤੋਂ ਪੌੜੀਆਂ ਉਤਰ ਕੇ, ਅਸੀਂ ਵੀ ਪ੍ਰੈਸ ਵਾਲੇ 2-3 ਜਣੇ ਪਿੱਛੇ ਸੰਤ ਦੇ ਜਨਰਲ ਉਹਨਾਂ ਨਾਲ ਗੱਲਾਂ ਕਰ ਰਹੇ, ਜਨਰਲ ਨਾਲ ਗੱਲਾਂ ਕਰਦੇ ਜਾ ਰਹੇ ਸੀ, 2-3 ਜਨਰਲ ਬ੍ਰਿਗੇਡੀਅਰ ਨਾਲ, ਸਾਬਕਾ ਫੌਜੀਆਂ ਨਾਲ। ਅਸੀਂ ਵੀ ਗੱਲਾਂ ਸੁਣਦੇ ਗਏ ਸੰਤਾਂ ਦੀਆਂ। ਲਾਸਟ ਤੇ ਜਦੋਂ ਉਹ ਅਲੱਗ-ਅਲੱਗ ਹੋਣ ਲੱਗੇ ਤਾਂ ਸੰਤਾਂ ਨੂੰ ਇੱਕ ਉਹਨਾਂ 'ਚੋਂ ਕੋਈ ਆਰਮੀ ਦਾ ਅਫਸਰ ਪੁੱਛਣ ਲੱਗਿਆ ਸਾਬਕਾ ਵੀ ਤੁਸੀਂ ਇਹ ਦੱਸੋ ਸੰਤ ਜੀ ਆਹ ਤਿਆਰੀ ਤਾਂ ਬੜੀ ਹੋ ਗਈ ਹੈ। ਉਹਨਾਂ ਦਿਨਾਂ ਦੇ ਵਿੱਚ ਬਹੁਤ ਆਲੇ ਦੁਆਲੇ ਦਰਬਾਰ ਸਾਹਿਬ ਦੇ ਬੋਰੀਆਂ ਬਹੁਤ ਨੇੜੇ ਲੱਗ ਗਏ ਸੀ, ਮੋਰਚੇ CRP ਤੇ BSF ਨੇ ਬਣਾ ਲਏ ਸੀ ਵੀ ਆਪਣਾ ਵੀ ਕੋਈ ਇੰਤਜ਼ਾਮ ਹੈ ਕਿ ਨਹੀਂ। ਇਹ ਗੱਲ ਕਹੀ ਤੇ ਸੰਤ ਬੜੇ ਔਖੇ ਬੋਲੇ ਉਹਨਾਂ ਨੂੰ, ਜਨਰਲ ਨੂੰ, ਵੀ ਇਹ ਗੱਲ ਮੈਨੂੰ ਤੁਸੀਂ ਪੁੱਛੀ ਕਿਉਂ? ਤੁਸੀਂ ਕੌਣ ਹੁੰਦੇ ਪੁੱਛਣ ਵਾਲੇ? ਤੁਸੀਂ ਜਾਓ ਆਪਣਾ ਕੰਮ ਕਰੋ। ਅਸੀਂ ਕੋਲੇ ਖੜੇ ਸੀ ਤੇ ਮੈਨੂੰ ਖਾਸ ਕਰਕੇ ਉਹ ਇਨਸੀਡੈਂਟ ਬੜਾ ਯਾਦ ਹੈ ਤੇ ਮੈਂ ਸੋਚਿਆ ਵੀ ਸੰਤਾਂ ਨੇ ਬਹੁਤ ਜ਼ਿਆਦਾ ਇਹਨਾਂ ਦੀ ਲਾਪਾ ਕਰਤੀ ਹੈ ਤੇ ਸੰਤਾਂ ਨੂੰ ਕਰਨੀ ਨਹੀਂ ਸੀ ਚਾਹੀਦੀ। ਇਹਨਾਂ ਨੇ ਤਾਂ ਮੈਨੂੰ ਇਹ ਲੱਗਿਆ ਵੀ ਇਹ ਕੋਈ ਐਵੇਂ ਸਧਾਰਨ ਤਰੀਕੇ ਨਾਲ ਉਕਸੁਕਤਾ ਚੋਂ ਕੋਈ ਇਹਨਾਂ ਨੇ ਇਨਕੁਆਇਰੀ ਜਾਂ ਪੁੱਛਗਿੱਛ ਕੀਤੀ ਹੈ। ਐਕਚੁਅਲੀ ਕੀ ਸੀਗਾ ਵੀ ਬਾਅਦ ਚ ਮੈਨੂੰ ਫਿਰ ਪਤਾ ਲੱਗਿਆ ਵੀ ਇਹ ਜਦੋਂ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਅੰਦਰ ਸਿੰਘਾਂ ਨੇ ਲੜਾਈ ਦਿੱਤੀ, ਬਾਹਰ ਪਤਾ ਲੱਗਿਆ ਉਦੋਂ ਬਾਅਦ ਵੀ ਕਿੰਨੀ ਅੰਦਰੋਂ ਇਹਨਾਂ ਨੇ ਵੱਡੀ ਜ਼ਿਆਦਾ ਲੜਾਈ ਦਿੱਤੀ ਹੈਗੀ ਫੌਜ ਨੂੰ। ਤਾਂ ਫਿਰ ਪਤਾ ਲੱਗਿਆ ਸਾਰਾ ਵੀ ਇਹ ਐਡਾ ਵੱਡਾ ਰਣਨੀਤੀ ਤੇ ਅੰਦਰ ਲੜਨ ਦੀ ਯੁੱਧ ਨੀਤੀ ਕਿਹਨੇ ਬਣਾਈ ਸੀ। ਫਿਰ ਸਾਨੂੰ ਪਤਾ ਲੱਗਿਆ ਵੀ ਇਹ ਸ਼ਬੇਗ ਸਿੰਘ ਨੇ ਬਣਾਈ ਸੀ। ਜਦੋਂ 15 ਦਿਨ ਪਹਿਲਾਂ ਤੁਸੀਂ ਉਹਨਾਂ ਨੂੰ ਮਿਲੇ ਸੀ ਤਾਂ ਕੀ ਮਾਹੌਲ ਕੀ ਸੀ ਉੱਥੇ? ਕੋਈ ਹਥਿਆਰਬੰਦ ਨਕਲੋ ਹਰਕਤ ਕੋਈ ਇਦਾਂ ਦੀ ਗੱਲ? ਬਹੁਤ ਵੇਖਣ ਨੂੰ ਘੱਟ ਸੀ। ਜੇ ਆਪਣੇ ਕਿਲ੍ਹੇਬੰਦੀ ਵੈਸੇ ਹੋ ਰਹੀ ਸੀ ਜੀ, ਉਦੋਂ ਵੱਧ ਨਹੀਂ ਹਥਿਆਰਾਂ ਦਾ ਕਿੱਥੇ ਨਹੀਂ ਉਹ ਮੈਂ ਨਹੀਂ ਵੇਖੇ, ਪਰ ਤੇ ਹੈ ਸਭ ਕੁਝ ਜੋ ਵੀ ਸੀ। ਇਹ ਗੱਲ ਦਾ ਪਤਾ ਲੱਗਦਾ ਕਿ ਜਨਰਲ ਸਾਹਿਬ ਨੂੰ ਪਤਾ ਲੱਗਦਾ, ਉਹਨਾਂ ਦੱਸਦਾ ਸੀ ਕਿ ਅਟੈਕ ਹੋਣਾ। ਜਿੱਦਾਂ ਇਹਨਾਂ ਖੁਫੀਆ ਏਜੰਸੀਆਂ ਜਿੱਦਾਂ ਵੀ ਆ ਉਹ ਪਤਾ ਲੱਗ, ਜਦੋਂ ਰੈਕੀ ਰੁਕੀ ਕੀਤੀ ਆਰਮੀ ਇੰਨੀ ਆ ਗਈ, ਸਭ ਕੁਝ ਉਹਨਾਂ ਨੂੰ ਕਲੀਅਰ ਹੋ ਗਿਆ ਕਿਉਂ ਆਰਮੀ ਤੋਂ ਰਹਿ ਹੀ ਹਰ ਐਕਸ਼ਨ ਉਹ ਜਾਣਦੇ ਸੀ, ਸਮਝਦੇ ਸੀਗੇ ਤੇ ਇਹ ਕਰਕੇ ਉਹਨਾਂ ਨੂੰ ਅਣਜਾਣ ਤੇ ਨਹੀਂ ਇਹਨਾਂ ਕੰਮਾਂ ਤੋਂ। ਜਦੋਂ ਸੰਤਾਂ ਨੂੰ ਕਹਿਤਾ ਕਿ ਇਹ ਸਭ ਕੁਝ ਹੋਣਾ ਹੈ, ਮੈਂਟਲੀ ਪ੍ਰਪੇਅਰ ਹੋ ਜਾਓ, ਆਹ ਕੁਛ ਇਹੋ ਕੁਛ ਹੀ ਹੋਣਾ। ਫਿਰ ਸੰਤਾਂ ਨੇ ਵੀ, ਭਾਈ ਸਾਹਿਬ ਨੇ ਇਹ ਵੀ ਉਹਨਾਂ ਨੂੰ ਕਹਿਤਾ ਜਿੰਨਾ ਜਾਣਾ ਸਾਡਾ ਸਾਥ ਸਤਨਾ ਛੱਡ ਦੋ, ਕੱਲ੍ਹ ਨੂੰ ਨਾ ਆਖਿਓ ਅਸੀਂ ਇਹ ਨਹੀਂ। ਜਿਹੜੇ ਖਾਸ ਬੰਦੇ ਸੀ ਉਹ ਰਹਿ, ਬਾਕੀ ਦੇ ਲੋਕ ਚਲੇ ਗਏ ਹੁਣ ਛੱਡ ਕੇ। ਭਾਰਤੀ ਫੌਜ ਇਸ ਗੱਲੋਂ ਵੀ ਹੈਰਾਨ ਸੀ ਕਿ ਕੁਝ ਗਿਣਤੀ ਦੇ ਜੁਝਾਰੂਆਂ ਨੇ ਇੰਨੀ ਵੱਡੀ ਗਿਣਤੀ ਫੌਜ ਨਾਲ ਬਹੁਤ ਬਹਾਦਰੀ ਨਾਲ ਜੰਗ ਲੜੀ। ਸੀਨੀਅਰ ਅਫਸਰਾਂ ਨੇ ਇਹ ਗੱਲ ਮੰਨੀ ਕਿ ਫੌਜ ਦਾ ਪਾਕਿਸਤਾਨ ਨਾਲ ਲੜੀਆਂ ਗਈਆਂ ਦੋਵੇਂ ਜੰਗਾਂ ਤੋਂ ਵਧੇਰੇ ਜਾਨੀ ਨੁਕਸਾਨ ਹੋਇਆ। ਤਾਂ ਸ਼ਬੇਗ ਸਿੰਘ, ਜਨਰਲ ਸ਼ਬੇਗ ਸਿੰਘ ਦਾ ਫਿਰ ਨਾਂ ਜਦੋਂ ਆਇਆ ਤਾਂ ਫਿਰ ਮੈਨੂੰ ਉਸ ਇਨਸੀਡੈਂਟ ਜਿਹੜਾ 2-3 ਮਹੀਨੇ ਪਹਿਲਾਂ ਫੌਜੀ ਹਮਲੇ ਤੋਂ ਹੋਇਆ ਸੀ ਉਹ ਯਾਦ ਆਇਆ ਵੀ ਇਹ ਸੰਤ ਇੰਨਾ ਗੁਪਤ ਰੱਖਦੇ ਸੀ। ਇਹ ਰਣਨੀਤੀ ਸਾਰੀ ਸਿਰਫ ਜਨਰਲ ਸ਼ਬੇਗ ਸਿੰਘ ਨੂੰ ਪਤਾ ਸੀ ਅੰਦਰ ਕੀ ਇੰਤਜ਼ਾਮ ਹੈ, ਸਿਰਫ ਇੱਕ ਜਨਰਲ ਨਾਲ ਸੰਤਾਂ ਨੇ ਸਾਂਝੀ ਕੀਤੀ ਸੀ ਸਾਰੀ, ਜਾਂ ਉਹ ਇਹਨਾਂ ਦੇ ਨੇੜੇ ਸੀ ਤੇ ਬਾਕੀ ਕਿਸੇ ਨੂੰ ਪਤਾ ਨਹੀਂ ਸੀ, ਨਾ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਸੰਤ। ਤੇ ਇਸ ਕਰਕੇ ਉਹਨਾਂ ਨੂੰ ਇਸ ਰੁੱਖੇ ਤਰੀਕੇ ਨਾਲ ਸੰਤਾਂ ਵੱਲੋਂ ਬੋਲਣਾ ਮੈਨੂੰ ਲੱਗਿਆ ਠੀਕ ਸੀ
ਕਿਉਂਕਿ ਇਹ ਗੱਲ ਬਹੁਤੇ ਥਾਵਾਂ ਤੇ ਕਿਤੇ ਲੀਕ ਹੋ ਜਾਂਦੀ, ਸ਼ਾਇਦ ਅੰਦਰ ਜਿੰਨੀ ਸਿੰਘਾਂ ਨੇ ਲੜਾਈ ਜ਼ਬਰਦਸਤ ਦਿੱਤੀ ਹੈ, ਲੜਾਈ ਦੇ ਨਾ ਸਕਦੇ। ਅਕਾਲ ਤਖਤ ਅਤੇ ਦਰਬਾਰ ਸਾਹਿਬ ਤੇ ਕਬਜ਼ਾ ਕਰਨ ਨਾਲ ਭਾਰਤੀ ਫੌਜ ਭਾਵੇਂ ਇੱਕ ਪੱਖੋਂ ਜਿੱਤ ਗਈ ਸੀ, ਪਰ ਜਨਰਲ ਸ਼ਬੇਗ ਸਿੰਘ ਆਪਣਾ ਪਰਨ ਨਿਭਾ ਕੇ ਗੁਰੂ ਲਈ ਲੜੀ ਗਈ ਲੜਾਈ ਜਿੱਤ ਗਏ ਸਨ ਤੇ ਅੱਜ ਤੱਕ ਸਿੱਖਾਂ ਦੇ ਦਿਲ 'ਚ ਆਪਣਾ ਥਾਂ ਬਣਾਈ ਬੈਠੇ ਨੇ। ਸਰਦਾਰ ਬੇਅੰਤ ਸਿੰਘ ਜੀ, ਆਖਰੀ ਵਾਰ ਤੁਸੀਂ ਜਨਰਲ ਸ਼ਬੇਗ ਸਿੰਘ ਜੀ ਨੂੰ ਕਦੋਂ ਮਿਲੇ ਤੇ ਕੀ ਗੱਲਾਂ ਹੋਈਆਂ? ਆਖਰੀ ਵਾਰ ਮੈਂ 15 ਦਿਨ ਪਹਿਲਾਂ ਲੜਕੇ ਤੁਹਾਨੂੰ ਦੱਸਿਆ ਦਸਤਾਰਬੰਦੀ ਸੌਰੀ ਉਹਦੇ ਕਰਕੇ ਗਿਆ ਸੀ। ਬਾਅਦ 'ਚ ਮੈਂ ਤੇ ਵਾਪਸ ਜਦੋਂ ਦਸਤਾਰਬੰਦੀ ਕੈਂਸਲ ਹੋ ਗਈ ਫਿਰ ਮੈਂ ਚਲਾ ਗਿਆ। ਫਿਰ ਇਹਨਾਂ 3 ਤਰੀਕ ਦੀ ਰੱਖੀ, 3 ਤਰੀਕ ਨੂੰ ਫਿਰ ਨਾ ਪਹਿਲੀ ਤਰੀਕ ਨੂੰ ਫਿਰ ਥੋੜ੍ਹੇ ਬਹੁਤੇ ਫਾਇਰ ਸ਼ੇਅਰ ਹੋਏ, ਫਿਰ ਉਹ ਪੋਸਟਪੋਨ ਹੋ ਗਈ। ਮੈਂ ਫਿਰ ਵਾਪਸ ਚਲਾ ਗਿਆ ਹਾਂ ਭਾਜਪੁਰ। ਇਹਨਾਂ ਭਾਈ ਨਾਲ ਇਹਨਾਂ 1 ਜੂਨ ਨੂੰ ਵੀ ਤੁਸੀਂ ਦਰਬਾਰ ਸਾਹਿਬ ਗਏ? ਨਹੀਂ, 15 ਦਿਨ ਪਹਿਲਾਂ ਗਿਆ। ਭਾਈ ਨੂੰ ਮਿਲੇ, ਮੈਂ ਕੀ ਸਕਦਾ, ਉਹਨਾਂ ਕਿਹਾ ਠੀਕ ਹੈ ਮੈਂ ਚੜ੍ਹਦੀ ਕਲਾ 'ਚ, ਕੋਈ ਗੱਲ ਨਹੀਂ, ਫਿਕਰ ਨਹੀਂ ਕਰਨਾ, ਬਾਕੀ ਕੋਈ ਇਲੈਕਸ਼ਨਾਂ ਨਹੀਂ ਲੜਨੀਆਂ, ਕਦੀ ਰਾਜਨੀਤੀ ਨੂੰ ਕੋਈ ਇਹੋ ਜਿਹਾ ਚੱਕਰ ਨਹੀਂ ਪੈਣਾ, ਆਪਣਾ ਕਾਰੋਬਾਰ ਕਰੋ, ਪਰਮਾਤਮਾ ਕਿਰਪਾ। ਇਹ ਤੁਹਾਨੂੰ ਕਿਹਾ ਕਿ ਕੋਈ ਇਲੈਕਸ਼ਨ ਨਹੀਂ ਲੜਨੀ, ਰਾਜਨੀਤੀ 'ਚ ਆਉਣਾ ਨਾ ਹੀ ਆਏ ਆ, ਨਾ ਮਾੜਾ ਮੋਟਾ ਜੇ ਕੋਈ ਪੁੱਛਦਾ, ਜੇ ਕੋਈ ਸਾਦਾ ਨਾਲ ਚਲੇ ਜਾਈਦਾ, ਨਹੀਂ ਅਦਰਵਾਈਜ਼ ਅਸੀਂ ਕੋਈ ਆਪਣੀ ਜਥੇਬੰਦੀ ਨਹੀਂ ਬਣਾਈ। ਜਿੱਦਾਂ ਲੋਕਾਂ ਨੇ ਫੈਡਰੇਸ਼ਨਾਂ ਬਣਾ ਲਈਆਂ, ਜਥੇਬੰਦੀਆਂ ਬਣਾ ਲਈਆਂ, ਅਸੀਂ ਜਨਰਲ ਸਾਹਿਬ ਨਾਂ ਦੇ ਕੋਈ ਇਹੋ ਜਿਹੀ ਜਥੇਬੰਦੀ ਨਹੀਂ ਬਣਾਈ, ਨਾ ਅਸੀਂ ਉਹਨਾਂ ਦਾ ਨਾਂ ਵੇਚਿਆ, ਨਾ ਕੋਈ ਕੀਤਾ। ਅਸੀਂ ਆਪਣੇ ਆਪ ਸਿਰ ਵੀ ਜੋ ਦਾਦਾ ਦਿੱਤਾ ਉਹਦਾ ਸ਼ੁਕਰ ਕਰਕੇ ਰਹਿਣ ਡਿਆ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਜਨਰਲ ਸ਼ਬੇਗ ਸਿੰਘ, ਜੇਕਰ ਅਸੀਂ ਇਸ ਸਦੀ ਦੇ ਇਤਿਹਾਸ ਦੇ ਵਿੱਚ ਵੇਖੀਏ ਤੇ ਕੌਮ ਦਾ ਉਹ ਸ਼ਹੀਦ ਹੈ ਜਿਸ ਨੇ ਆਪਣੀਆਂ ਪਰਿਵਾਰਕ ਪਰੰਪਰਾਵਾਂ ਨੂੰ ਨਿਭਾਉਂਦੇ ਹੋਏ ਭਾਰਤੀ ਹੁਕੂਮਤ ਦੀ ਉਸ ਨੀਤੀ ਨੂੰ ਹਥਿਆਰਬੰਦ ਯੁੱਧ ਦੇ ਵਿੱਚ ਨੰਗਾ ਕਰਕੇ ਰੱਖ ਦਿੱਤਾ ਕਿ ਜੇਕਰ ਅਸੀਂ ਰਾਸ਼ਟਰ ਦੇ ਵਾਸਤੇ ਦੁਸ਼ਮਣ ਦੇ ਨਾਲ ਲੜਦੇ ਹਾਂ ਤਾਂ ਵੀ ਅਸੀਂ ਅੰਤ ਤੱਕ ਜਾਂਦੇ ਹਾਂ, ਪਰ ਜੇਕਰ ਸਾਡੇ ਨਾਲ ਵਧੀਕੀ ਹੁੰਦੀ ਹੈ, ਵਿਸਾਖਾਤ ਹੁੰਦਾ ਹੈ, ਤੇ ਉਸੇ ਰਾਸ਼ਟਰ ਨੂੰ ਲੋਹੇ ਦੇ ਚਣੇ 'ਚ ਪਾਉਣ ਦੇ ਵਾਸਤੇ ਵੀ ਅਸੀਂ ਆਪਣਾ ਕਾਪਾ ਕੁਰਬਾਨ ਕਰਨ ਤੱਕ ਲੜਦੇ ਹਾਂ। ਤੇ ਅਕਾਲ ਤਖਤ ਦੇ ਸਾਹਮਣੇ ਜਦੋਂ ਆਇਆ ਉਦੋਂ ਉਹਨਾਂ ਨੇ ਬੜੀਆਂ ਗੰਭੀਰ ਗੱਲਾਂ ਮੇਰੇ ਨਾਲ ਕੀਤੀਆਂ। ਕਹਿਣ ਲੱਗੇ ਮੈਂ ਇੰਨਾ ਚਿਰ ਨੌਕਰੀ ਕੀਤੀ ਹੈ ਫੌਜ ਦੀ ਤੇ ਮੈਨੂੰ ਕਦੇ ਲੜਾਈ ਦੇ ਵਿੱਚ ਤੀਰ ਵੀ ਨਹੀਂ ਆਇਆ, ਗੋਲੀ ਤਾਂ ਕੀ ਵੱਜਣੀ ਸੀ। ਤੇ ਜਿਹੜੀ ਲੜਾਈ ਦੇ ਵਿੱਚ ਮੈਂ ਗਿਆ, ਜੇ ਪਹਿਲਾਂ ਉਹ ਲੜਾਈ ਹਾਰੀ ਜਾ ਰਹੀ ਸੀ ਤੇ ਜਦੋਂ ਜਿਵੇਂ ਮੇਰਾ ਪੈਰ ਮੈਂ ਉਸ ਲੜਾਈ ਦੇ ਵਿੱਚ ਰੱਖਿਆ ਤੇ ਉਹ ਲੜਾਈ ਅਸੀਂ ਜਿੱਤਣੀ ਸ਼ੁਰੂ ਕਰਤੀ। ਤੇ ਕਹਿਣ ਲੱਗਾ ਵੀ ਇਸ ਤਰ੍ਹਾਂ ਹੁੰਦਾ ਹੈ, ਕੁਦਰਤੀ ਹੁੰਦਾ ਲੜਾਈਆਂ ਦੇ ਵਿੱਚ। ਤੇ ਫਿਰ ਉਹ ਕਹਿਣ ਲੱਗੇ ਵੀ ਜਿਹੜੀ ਸਭ ਨਾਲੋਂ ਵਧੀਆ ਜਗ੍ਹਾ, ਜਿਹੜੀ ਬੰਦੇ ਦੀ ਆਖਰੀ ਸਮਾਂ ਜਿਹੜਾ ਸਭ ਨਾਲੋਂ ਵਧੀਆ, ਮਤਲਬ ਬੈਸਟ ਟਾਈਮ ਟੂ ਡਾਈ ਜਾਂ ਬੈਸਟ ਪਲੇਸ ਟੂ ਡਾਈ, ਜਿਹੜੀ ਸਭ ਨਾਲੋਂ ਵਧੀਆ ਜਗ੍ਹਾ ਜਿੱਥੇ ਬੰਦੇ ਨੂੰ ਮਰਨਾ ਚਾਹੀਦਾ ਉਹ ਹੈ ਜਾਂ ਤਾਂ ਤੁਹਾਡੀ ਰਿਲੀਜਨ ਦੀ ਮਤਲਬ ਸਭ ਨਾਲੋਂ ਹਾਈਐਸਟ ਜਗ੍ਹਾ ਹੋਵੇ, ਤੇ ਜਿਹੜਾ ਸੰਬੰਧ ਹੈ ਜਿਹੜਾ ਉਹ ਤੁਹਾਡੇ ਐਨਸੈਸਟਰ ਦੇ ਨਾਲ ਵੀ ਹੋਵੇ, ਤੁਹਾਡੇ ਵੱਡੇ ਵਡੇਰਿਆਂ ਦੇ ਨਾਲ ਵੀ ਹੋਵੇ ਸੰਬੰਧ ਉਹਦਾ, ਤੇ ਧਰਮ ਦੀ ਵੀ ਸਭ ਨਾਲੋਂ ਵੱਡੀ ਜਗ੍ਹਾ ਹੋਵੇ। ਜੇ ਉੱਥੇ ਬੰਦੇ ਨੂੰ ਸ਼ਹੀਦੀ ਮਿਲ ਜਾਵੇ ਤੇ ਇਸ ਨਾਲ ਵੱਡੀ ਗੱਲ ਕੋਈ ਉਹਦੇ ਮਤਲਬ ਕਿਸਮਤ ਦੇ ਵਿੱਚ ਹੋਰ ਵੱਡੀ ਗੱਲ ਨਹੀਂ ਹੋ ਸਕਦੀ। ਮੈਨੂੰ ਅਜੇ ਤੱਕ ਯਾਦ ਹੈ ਉਹਨਾਂ ਦੀ ਵਰਡਿੰਗ ਅੰਗਰੇਜ਼ੀ ਦੇ ਵਿੱਚ, ਦੀ ਬੈਸਟ ਪਲੇਸ ਟੂ ਡਾਈ ਇਜ਼ ਦੀ ਹਾਈਐਸਟ ਪਲੇਸ ਆਫ ਯੋਰ ਰਿਲੀਜਨ ਐਂਡ ਏ ਪਲੇਸ ਕਨੈਕਟਡ ਵਿਦ ਯੋਰ ਐਨਸੈਸਟਰਸ। ਤੇ ਮੈਂ ਬੜਾ ਹੈਰਾਨ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ, ਮੇਰੇ ਵਾਸਤੇ ਤਾਂ ਗੱਲਾਂ ਨਵੀਆਂ ਹੀ ਸਨ। ਫਿਰ ਜਦੋਂ ਉੱਥੇ ਰੌਕਟ ਲਾਂਚਰ ਦਾ ਫਾਇਰ ਉਦੋਂ ਹੋ ਚੁੱਕਾ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਸ਼ਹੀਦੀ ਪਾਉਣੀ ਪੈਣੀ, ਲੜਨਾ ਪੈਣਾ, ਤੇ ਸ਼ਹੀਦੀ ਤੋਂ ਬਗੈਰ ਹੋਰ ਕੋਈ ਗੁਜ਼ਾਰਾ ਨਹੀਂ। ਫਿਰ ਉਹ ਮੈਨੂੰ ਲੈ ਕੇ ਤੇ ਚੱਲ ਪਏ ਇੱਧਰ ਦੁੱਖ ਭੰਜਨੀ ਬੇਰੀ ਵੱਲ। ਤੇ ਅਸੀਂ ਦੋਵੇਂ ਹੀ ਸੀ ਉਦੋਂ ਪਰਿਕਰਮਾ ਦੇ ਵਿੱਚ ਜਾਂਦੇ, ਹੋਰ ਤਾਂ ਕੋਈ ਪਰਿਕਰਮੇ ਸਾਨੂੰ ਦੱਸਿਆ ਨਹੀਂ। ਜਿਹੜੇ ਸਿੰਘ ਸੀ ਉਹ ਆਪਦੇ ਹਥਿਆਰ ਲੈ ਕੇ ਤੇ ਆਪਦੇ ਮੋਰਚਿਆਂ 'ਚ ਬੈਠੇ ਹੋਏ ਸੀ, ਤੇ ਅਸੀਂ ਪਰਿਕਰਮਾ ਦੋਵੇਂ ਜਣੇ ਜਾ ਰਹੇ ਸੀ। ਅਸੀਂ ਦੁੱਖ ਭੰਜਨੀ ਬੇਰੀ ਤੱਕ ਗਏ ਦੋਵੇਂ ਜਣੇ। ਉਸ ਤੋਂ ਅੱਗੇ ਫਿਰ ਅਸੀਂ ਦੁੱਖ ਭੰਜਨੀ ਬੇਰੀ ਤੋਂ ਫਿਰ ਵਾਪਸ ਮੁੜ ਆਏ। ਉੱਥੇ ਇੱਕ ਬੰਦੇ ਦੀ ਲਾਸ਼ ਪਈ ਸੀ ਦੁੱਖ ਭੰਜਨੀ ਬੇਰੀ ਕੋਲ, ਤੇ ਦੂਰੋਂ ਸਾਨੂੰ ਦੱਸਦਾ ਸੀ ਇੱਕ ਲਾਸ਼ ਬਾਬਾ ਦੀਪ ਸਿੰਘ ਦਾ, ਜਿੱਥੇ ਉਹ ਮੈਮੋਰੀਅਲ ਬਣਿਆ ਹੋਇਆ, ਇੱਕ ਲਾਸ਼ ਉੱਥੇ ਪਈ ਸੀ। ਤੇ ਅਸੀਂ ਦੋਵੇਂ ਫਿਰ ਵਾਪਸ ਆ ਗਏ। ਉੱਥੋਂ ਵਾਪਸ ਆ ਕੇ ਤੇ ਫਿਰ ਜਰਨੈਲ ਸਾਹਿਬ ਤਾਂ ਆਪਦੇ ਮਾਰਚਾਂ ਦੇ ਕੰਮ 'ਚ ਰੁੱਝ ਗਏ, ਤੇ ਅਸੀਂ ਸੀ ਮਤਲਬ ਸਾਡਾ ਮੋਰਚਾ ਸੀ ਤੇ 2 ਨਿਸ਼ਾਨ ਸਾਹਿਬ ਨੇ, ਉਹਨਾਂ ਦੇ ਮਗਰਲੇ ਪਾਸੇ ਜਿਹੜੀ ਡਿਊੜੀ ਹੈ, ਉਹ ਡਿਊੜੀ ਦਾ ਜਿੱਥੋਂ ਦੀਆਂ ਪੌੜੀਆਂ ਉੱਪਰ ਚੜ੍ਹਦੀਆਂ ਨੇ ਯਾਦਗਾਰ ਨੂੰ, ਉਹ ਪੌੜੀਆਂ ਤਾਂ ਹੁਣ ਇਹਨਾਂ ਨੇ ਬਣਾਈਆਂ ਨੇ, ਪਹਿਲਾਂ ਇੱਕ ਕਮਰਾ ਹੁੰਦਾ ਸੀ, ਇਸ ਕਮਰੇ ਦੇ ਵਿੱਚ ਸੀ ਸਾਡਾ ਮੋਰਚਾ। ਅੱਜ ਵੇਖੋ ਹਿੰਦੁਸਤਾਨ 'ਚ ਜਨਰਲ ਹਰਬਖਸ਼ ਸਿੰਘ, ਜਨਰਲ ਅਰੋੜਾ, ਜਨਰਲ ਬਿਕਰਮ ਸਿੰਘ,
ਹਾਂਜੀ ਜਨਰਲ ਸਪੈਰੋ ਬੜੇ ਵੱਡੇ ਆ ਜਨਰਲ ਜੇ ਸਿੰਘ ਬੜੇ ਵੱਡੇ ਹੋ ਗਏ ਆ, ਪਰ ਇਹਨਾਂ ਦਾ ਨਾਂ ਹੀ ਹੈ ਨਹੀਂ ਪਬਲਿਕ 'ਚ, ਲੋਕਲ ਵੀ ਨਾਂ ਨਹੀਂ ਇਹਨਾਂ ਜੋ ਨੂੰ ਨਾਮ ਜਾਣਦਾ। ਜਨਰਲ ਸ਼ਵੇਕ ਸਿੰਘ ਦਾ ਉਹ ਕਿਸੇ ਵੀ ਉਹ channel ਸਿਰਫ ਸਿੱਖਾਂ ਦੀ ਸ਼ਹਾਦਤ ਦੇਣ ਕਰਕੇ, ਸਿੱਖ ਕੌਮ ਦੇ ਲੇਖੇ ਲੱਗਣ ਕਰਕੇ ਨਾਂ ਹੈ ਉਹਨਾਂ ਦਾ। ਕਿਉਂ ਜੋ ਉਹਨਾਂ ਕੀਤਾ, ਆਪਣਾ ਰਾਜ ਭਾਗ ਪੈਸਾ ਨਹੀਂ ਵੇਖਿਆ। ਅੱਜ ਕਰਨਲਾਂ ਦੀਆਂ ਜਿਹੜੀਆਂ ਪੈਨਸ਼ਨਾਂ 1.5 ਸਵਾ ਲੱਖ ਆ, ਉਹ ਵੀ ਭੋਗ ਸਕਦੇ, ਘਰ ਏਡਾ ਵਧੀਆ ਸ਼ਾਨਦਾਰ ਰਹਿਣ ਸਹਿਣ ਸਭ ਕੁਝ ਹੀ ਉਹਨਾਂ ਸਭ ਕੁਝ ਤਿਆਗਿਆ ਸਿਰਫ ਕੌਮ ਵਾਸਤੇ, ਤੇ ਔਰ ਕੌਮ ਉਹਨਾਂ ਦੀ ਕਦਰ ਕਰਦੀ ਹੈ। ਸਾਨੂੰ ਮਾਣ ਹੈ, ਸਾਡਾ ਅੱਜ ਜੋ ਵੀ ਇੱਜ਼ਤ ਮਾਨ ਸਨਮਾਨ ਆ ਜਨਰਲ ਸ਼ਵੇਕ ਸਿੰਘ ਦੇ ਕਰਕੇ। ਉਹ ਇੱਕੋ ਇੱਕ ਅਜਿਹੇ ਜਰਨੈਲ ਨੇ ਜਿਨ੍ਹਾਂ ਨੇ ਜਿਸ ਮੁਲਕ ਦੀ ਫੌਜ ਲਈ ਆਪਣੀ ਪੂਰੀ ਜ਼ਿੰਦਗੀ ਨੌਕਰੀ ਕੀਤੀ, ਉਸੇ ਮੁਲਕ ਦੀ ਫੌਜ ਖਿਲਾਫ ਲੜਦਿਆਂ ਆਪਣੀ ਜਾਨ ਦਿੱਤੀ। ਨਿਰਸੰਦੇਹ ਉਹਨਾਂ ਦੇ ਪੁਰਖਿਆਂ ਦੀਆਂ ਰੂਹਾਂ ਨੇ ਉਹਨਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਝੂਮਿਆ ਹੋਏਗਾ।